ਆਪਾਂ ਤਾਂ 5 ਜੂਨ ਤੋਂ ਹੀ ਵਿਰੋਧ ਕਰਦੇ ਆ ਰਹੇ ਹਾਂ, ਜਿਸ ਦਿਨ ਇਹ ਬਿੱਲ ਕੈਬਨਿਟ ਦੇ ਵਿੱਚ ਆਏ ਸੀ ਆਰਡੀਨੈਂਸ ਦੇ ਰੂਪ ਦੇ ਵਿੱਚ। ਵੀਰੋ, ਇਹ ਦੋਨੇ ਪਾਰਟੀਆਂ, ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ, ਇਹ ਦੋਨੇ ਪਾਰਟੀਆਂ ਅੰਦਰੋਂ ਕੁਝ ਹੋਰ ਕਹਿੰਦੀਆਂ ਨੇ, ਬਾਹਰ ਆ ਕੇ ਕੁਝ ਹੋਰ ਕਹਿੰਦੀਆਂ ਨੇ। ਇਸ ਕਰਕੇ ਇਹਨਾਂ ਦਾ ਜਿਹੜਾ ਝੂਠ ਹੈ, ਇਹਨਾਂ ਜਿਹੜਾ ਅਸਲੀ ਚਿਹਰਾ ਉਹ ਨੰਗਾ ਹੋ ਗਿਆ। ਅੱਜ ਦਾ ਕਿਸਾਨ ਜਿਹੜਾ ਉਹ ਇਕੱਲੇ ਖੇਤਾਂ 'ਚ ਨਹੀਂ, ਅੱਜ ਦੇ ਕਿਸਾਨ ਦਾ ਪੁੱਤ ਜਿਹੜਾ ਉਹ ਟੈਕਨੋਲੋਜੀ ਨਾਲ ਜੁੜਿਆ ਹੋਇਆ ਹੈ। WhatsApp ਦਾ ਜ਼ਮਾਨਾ ਹੈ, Instagram ਦਾ ਜ਼ਮਾਨਾ ਹੈ, Facebook ਦਾ ਜ਼ਮਾਨਾ ਹੈ। ਵੀਰੋ, ਹੁਣ ਗੱਲ ਲੁਕਦੀ ਨਹੀਂ ਕਿ ਪਾਰਲੀਮੈਂਟ ਦੇ ਅੰਦਰ ਕੁਝ ਹੋਰ ਕਹਿ ਦੋਗੇ, ਬਾਹਰ ਜਾ ਕੇ ਲੋਕਾਂ ਨੂੰ ਕੁਝ ਹੋਰ ਕਹਿ ਦੋਗੇ। ਵੀਰੋ, ਇੱਕ ਜ਼ੁਲਮ ਕਰਦੀ ਹੈ, ਇੱਕ ਜ਼ੁਲਮ ਨੂੰ ਰੋਕਦੀ ਹੈ। ਤਲਵਾਰ 'ਚ ਫਰਕ ਹੁੰਦਾ ਹੈ। ਇੱਕ ਜ਼ੁਲਮ ਕਰਦੀ ਹੈ, ਇੱਕ ਜ਼ੁਲਮ ਨੂੰ ਰੋਕਦੀ ਹੈ। ਤਲਵਾਰ 'ਚ ਫਰਕ ਹੁੰਦਾ ਹੈ। ਇੱਕ ਵਿਕ ਕੇ ਛਪਦਾ ਹੈ, ਇੱਕ ਛਪ ਕੇ ਵਿਕਦਾ ਹੈ। ਅਖਬਾਰ 'ਚ ਫਰਕ ਹੁੰਦਾ ਹੈ। ਇੱਕ ਦੇ ਉੱਪਰੋਂ ਬਾਹਰ ਦਿੱਤਾ ਜਾਂਦਾ ਹੈ, ਇੱਕ ਕੌਮ ਦੇ ਉੱਪਰੋਂ ਬਾਹਰ ਦਿੱਤਾ ਜਾਂਦਾ ਹੈ, ਇੱਕ ਦੇ ਉੱਪਰੋਂ ਕੌਮ ਹੀ ਬਾਹਰ ਦਿੱਤੀ ਜਾਂਦੀ ਹੈ। ਪਰਿਵਾਰ 'ਚ ਫਰਕ ਹੁੰਦਾ है। एक कुछ पार्टियां राजनीति कर रही हैं, संसद के अंदर कुछ करती हैं, बंद कमरे में कुछ करती हैं और फिर आके जनता के बीच में प्रदर्शन करने का नाटक करती हैं। पंजाब के अंदर एक पार्टी है, राष्ट्रीय पार्टी, बहुत बड़ा नेता उनका। जब भारतीय जनता पार्टी की केंद्र की सरकार ने यह बिल बनाने के लिए एक कमेटी बनाई, उस कमेटी में उनका नेता मौजूद था कि नहीं था? कौन था? आम आदमी पार्टी अरविंद केजरीवाल सब तो पहला एक बार हाथ खड़े करके ये जोश दिखा दो कि असं अपने हकों को जो ऐ नहीं छड़ना। मीडिया सब तो पहला मुक्तसर की इतिहासक धरती दे मुक्तसर की इतिहासक धरती दे वसनीक सिद्धे होके बैठ जाओ, सारे प्रॉब्लम ही आती है। आले दुआले के पिंडां तो सिद्धे होके बैठ जाओ, थल्ले अपने चुल्लियां दी अग बचाउण वास्ते, अपने बच्चों दे भविख बचाउण वास्ते ते मां कही जान वाली धरती जमीन बचाउण वास्ते अज एक कोरोना वर्गी महामारी के बावजूद भी इन्नी भारी गिनती च तुहाडा इत्थे कालियां झंडियां लेके ये काले कानूनां नूं रद्द कराउण वास्ते आउणा, यह दिल्ली दीयां कंधां हिलाउण वाले इकट्ठ ने। ये दिल्ली दीयां कंधां हिलाउण, ये मैं तुहानूं बधाई दिंदा कि तुसीं इन्नी भारी गिनती च सरकारयोग बुजुर्ग नौजवान वीर मावां भैणां छोटे बच्चे आए हो। ये कोई शक्ति प्रदर्शन नहीं, ये कोई राजनीतिक फंक्शन नहीं, सिर्फ दो चार गल्लां करांगे ग्राम सभावां बारे ते बिल कित्थों चले, कदों तो शुरू होए ते आपां नूं कौन की कहंदा रहा, कल्ली गल जिहड़ी है वो तुहाडे नाल सांझी करांगे। सब तो पहले मेरी फतेह प्रवान कर लियो। वाहिगुरू जी का खालसा, वाहिगुरू जी की फतेह। वीरो, अज जमाना जिहड़ा वो WhatsApp दा है, वो Instagram दा है, सोशल मीडिया दा है, फेसबुक दा, YouTube दा। मीडिया वाले इत्थे भी आए ने, प्रिंट वाले, इलैक्ट्रॉनिक वाले,
ਬਠਿੰਡੇ ਤੋਂ, ਮੁਕਤਸਰ ਤੋਂ, ਗਿੱਦੜਬਾਹੇ ਤੋਂ, ਸੋਸ਼ਲ ਮੀਡੀਆ ਵਾਲੇ ਵੀ ਬਹੁਤ ਸਾਰੇ ਵੈਬ ਚੈਨਲਾਂ ਵਾਲੇ ਆਏ ਨੇ, ਸਾਰਿਆਂ ਦਾ ਸਵਾਗਤ ਹੈ। ਜ਼ਮਾਨਾ ਅੱਜ ਕੋਈ ਗੱਲ ਲੁਕੀ ਛਿਪੀ ਰਹਿਣ ਦਾ ਨਹੀਂ ਹੈਗਾ, ਹਰ ਗੱਲ ਸਾਹਮਣੇ ਆ ਜਾਂਦੀ ਹੈ। ਉਹ ਜ਼ਮਾਨਾ ਗਿਆ ਜਦੋਂ ਪ੍ਰਕਾਸ਼ ਸਿੰਘ ਬਾਦਲ ਭਲਾਈਆਂ ਨੇ ਕੁਝ ਹੋਰ ਕਹਿ ਜਾਂਦਾ ਸੀ, ਰਾਤ ਨੂੰ ਗਿੱਦੜਬਾਹੇ ਉੱਥੇ ਜਾ ਕੇ ਭਲਾਈਆਂ ਨੇ ਦੇ ਵਿਰੁੱਧ ਉੱਥੇ ਹੋ ਗਿਆ ਦਿੰਦਾ ਸੀ, ਅਗਲੇ ਦਿਨ ਨੂੰ ਮਲੋੜ ਵੱਲ ਕੁਝ ਹੋਰ ਬੋਲੀ ਜਾਂਦਾ ਸੀ, ਕਿਸੇ ਨੂੰ ਪਤਾ ਨਹੀਂ ਲੱਗਦਾ ਸੀ ਵੀ ਕੌਣ ਕੀ ਕਹਿ ਗਿਆ, ਕਿੱਥੇ ਕੀ ਕਹਿ ਗਿਆ। ਹੁਣ ਨਹੀਂ, ਹੁਣ ਤਾਂ ਹਰ ਗੱਲ ਬਾਹਰ ਆਉਂਦੀ ਹੈ ਕਿ ਪਹਿਲਾਂ ਕੀ ਕਿਹਾ ਸੀ, ਸਾਈਨ ਕਿੱਥੇ ਕਰਕੇ ਆਇਆ ਤੇ ਵਿਰੋਧ ਕਿੱਥੇ ਆ ਕੇ ਕਰਦਾ, ਹੱਕ 'ਚ ਕਿੱਥੇ ਬੋਲ ਕੇ ਆਇਆ। ਸੋ ਅੱਜ ਕੱਲ ਸਾਰਾ ਜ਼ਮਾਨਾ ਜਿਹੜਾ ਨਾ ਉਹ ਛੋਟਾ ਜ਼ਮਾਨਾ ਹੈ। ਇੱਕ ਤੁਸੀਂ ਸੰਗਰੂਰ ਵਾਲਿਆਂ ਨੇ, ਤੁਸੀਂ ਸਾਰਿਆਂ ਨੇ ਮੈਨੂੰ ਭੇਜ ਰੱਖਿਆ ਉੱਥੇ, ਮੈਂ ਦੱਸ ਦੇਣਾ ਸਾਰਾ ਕੁਝ ਵੀ ਅੱਜ ਆਏ ਹੋਇਆ, ਅੱਜ ਆ ਹੋਇਆ, ਇਸੇ ਕਰਕੇ ਮੇਰੇ ਤੇ ਲੱਗਦੇ ਵੀ ਸਾਰਾ ਕੁਝ ਦੱਸੀ ਜਾਂਦਾ। ਮੈਂ ਕਿਹਾ ਮੈਂ ਇਹ ਦੱਸੂ, ਸਾਰਾ ਕੁਝ ਦੱਸਿਆ ਕਰੂੰਗਾ। ਤਾਂ ਬਹੁਤ ਚਿਰ ਸਾਡੇ ਤੋਂ ਗੁਪਤ ਰੱਖ ਲਏ ਭੇਜ ਤੁਸੀਂ, ਹੁਣ ਨਹੀਂ ਰਹਿਣ ਦੇਣੇ ਅਸੀਂ। ਜੇ ਕਿਤੇ ਨਾ ਦੱਸੀਏ ਨਾ, ਤੁਹਾਨੂੰ ਪਤਾ ਹੀ ਲੱਗਣਾ ਸੀ ਕਦੋਂ ਕਿਹੜੇ ਬਿੱਲ ਕਿੱਥੇ ਕੀ ਹੋ ਗਿਆ। ਇਹ ਤੋਂ ਪਹਿਲਾਂ ਆਪਾਂ ਨੂੰ ਪਤਾ ਸੀ ਕਿ ਐਮਪੀ ਕੋਲੇ ਵੀ ਪੈਸੇ ਹੁੰਦੇ ਆ। ਇਹ ਤੋਂ ਪਹਿਲਾਂ ਆਪਾਂ ਨੂੰ ਪਤਾ ਸੀ ਕਿ ਐਮਪੀ ਹਰੇਕ ਮਹੀਨੇ 3 ਗੰਭੀਰ ਬਿਮਾਰੀਆਂ ਦੇ ਜਿਹੜੇ ਸ਼ਿਕਾਰ ਮਰੀਜ਼ ਨੇ ਉਹਨਾਂ ਦਾ ਫ੍ਰੀ ਚ ਪ੍ਰਧਾਨ ਮੰਤਰੀ ਰਿਲੀਫ ਫੰਡ ਚੋਂ ਇਲਾਜ ਕਰਾ ਸਕਦਾ ਹੈ। ਸਾਨੂੰ ਦੱਸਿਆ ਹੀ ਨਹੀਂ ਕੁਝ, ਸਾਨੂੰ ਤਾਂ ਇਹ ਕਹਿੰਦੇ ਰਹੇ ਮਕਰੇਈ ਮਾੜਾ ਸਲੂਕ ਕਰਦੇ ਆ ਜੀ, ਅਸੀਂ ਦੁਖੀ ਗਏ ਤੇ ਤੁਸੀਂ ਕਿਹੜਾ ਸਕਿਆਂ ਵਾਲਾ ਕੀਤਾ ਫਿਰ ਸਾਡੇ ਨਾਲ ਸਲੂਕ। ਸੋ ਵੀਰੋ ਤੁਸੀਂ ਇਹ ਦੇਖ ਲਓ, ਕਿਉਂਕਿ ਝੂਠ ਇੰਨਾ ਬੋਲਦੇ ਆ ਇਹ ਰਵਾਇਤੀ ਪਾਰਟੀਆਂ ਵਾਲੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸੱਚ ਤੇ ਝੂਠ 'ਚ ਕੀ ਫਰਕ ਹੈ। ਰਾਤ ਨੂੰ 9:30 ਵਜੇ ਜਿਹੜਾ ਜ਼ਰੂਰੀ ਵਸਤਾਂ ਵਾਲਾ ਬਿੱਲ ਹੈ ਉਹ ਪਹਿਲਾਂ ਆਇਆ ਸੀ, ਉਹਦੇ ਤੇ ਬੋਲ ਕੇ ਸੁਖਬੀਰ ਮਤਲਬ ਆਪਣੀ ਗੱਡੀ 'ਚ ਲਿਆਇਆ ਸੀ ਪੱਤਰਕਾਰ ਜੀ ਨੂੰ, ਐ ਬਾਹਰ ਖੜ ਕੇ ਕਹਿੰਦਾ ਲੈ ਮੈਂ ਤਾਂ ਅੱਜ ਕਿਸਾਨ ਵਿਰੋਧੀ ਬਿੱਲ ਦੇ ਵਿਰੁੱਧ ਵੋਟ ਪਾਇਆ ਹੈ। ਮੈਂ ਉੱਥੇ ਹੀ ਬੈਠਾ ਸੀ, ਮੈਂ ਕਿਹਾ ਵੋਟਾਂ ਕਿੱਥੇ ਪਾਇਆ, ਵੋਟਾਂ ਤਾਂ ਹਾਂ ਤੇ ਨਾ ਕਦੇ, ਹਜੇ ਕਿਸਾਨ ਵਿਰੋਧੀ ਬਿੱਲ ਤਾਂ 17 ਤਰੀਕ ਨੂੰ ਆਉਣੇ ਆ, ਤੂੰ 15 ਤਰੀਕ ਨੂੰ ਕਿਹੜੇ ਲੈਟਰ ਬਾਕਸ 'ਚ ਪਾਇਆ ਹੈ ਵੀ, ਹਜੇ ਵੀ ਨਹੀਂ ਹਟਦੇ ਵੀ 50 ਮੀਟਰ ਤਾਂ 50 ਮੀਟਰ ਵੀ ਨਹੀਂ ਹੋਣਾ ਅੰਦਰ ਜਿਹੜੀ ਸਭਾ ਜਿੱਥੇ ਬਹਿੰਦੀ ਹੈ ਉੱਥੋਂ ਆ ਉੱਥੇ ਕੁਝ ਹੋਰ ਕੇ ਆਉਂਦੇ ਨੇ, ਬਾਹਰ ਆ ਕੇ ਕੁਝ ਹੋਰ ਕਰ ਲੈਂਦੇ। ਵੀਰੋ ਮੈਂ ਤੁਹਾਨੂੰ ਕੁਝ ਅੰਦਰਲੀਆਂ ਗੱਲਾਂ ਸੌਖੇ ਤਰੀਕੇ ਨਾਲ ਸਮਝਾਉਂਗਾ ਆਪਣੀ ਬੋਲੀ 'ਚ। ਇਹ ਜਿਹੜੇ ਬਿੱਲ ਨੇ ਆਮ ਤੌਰ ਤੇ ਕਹਿ ਦਿੰਦੇ ਆ, ਪ੍ਰਚਾਰਿਆ ਵੀ ਜਾ ਰਿਹਾ ਕਿ ਕਿਸਾਨ ਵਿਰੋਧੀ ਨੇ। ਕੱਲੇ ਕਿਸਾਨ ਵਿਰੋਧੀ ਨਹੀਂ ਹੈਗੇ ਜੀ, ਇਹ ਲੋਕ ਵਿਰੋਧੀ ਬਿੱਲ ਨੇ, ਕੱਲੇ ਕਿਸਾਨ ਵਿਰੋਧੀ ਨਹੀਂ ਹੈਗੇ। ਤੁਸੀਂ ਸੋਚੋ ਜਦੋਂ ਆਪਣੇ ਕੋਲੇ ਜ਼ਮੀਨ ਹੀ ਨਾ ਰਹੀ, ਪੂਰੀ ਸਟਰੀਟ ਆਪਣੇ ਨਾਲ ਹੀ ਹੋਊਗੀ, ਮਾਲਕ ਆਪਾਂ ਹੋਵਾਂਗੇ ਪਰ ਮਾਲਕ ਨਹੀਂ ਹੋਵਾਂਗੇ। ਜੋ ਜ਼ਮੀਨ ਹੀ ਨਾ ਰਹੀ, ਠੇਕਾ ਲਿਖ ਲਿਆ 25 ਸਾਲ ਦਾ ਆਪਣੇ ਨਾਲ, ਤੇ ਫਿਰ ਕੱਲੇ ਆਪਾਂ ਥੋੜੀ ਮਾਰੇ ਜਾਵਾਂ, ਖੇਤ ਮਜ਼ਦੂਰ ਵੀ ਮਾਰੇ ਜਾਊ, ਦਾਤੀਆਂ ਕਈਆਂ ਵਾਲੇ ਦੰਦੇ ਕੱਢਣ ਵਾਲੇ ਵੀ ਮਾਰੇ ਜਾਣਗੇ। ਫਿਰ ਜਿਹੜਾ ਆਪਾਂ ਸਪੇਅਰ ਪਾਰਟ ਦਾ ਸਮਾਨ ਲੈਣ ਜਾਂਦੇ ਆ, ਕਿਤੇ ਅੰਡਾਨੀਆਂ ਦੇ ਜਿਹੜੇ ਮੈਨੇਜਰ ਨੇ ਉਹ ਆਪਦੇ ਵੱਡੇ ਵੱਡੇ ਟਰੈਕਟਰਾਂ ਵਾਸਤੇ ਸਤਪਾਲ ਤੋਂ ਲੈਣ ਆਉਣਗੇ ਬੈਰਿੰਗ, ਸਤਪਾਲ ਦੀ ਦੁਕਾਨ ਵੀ ਖਤਮ ਹੋ, ਮਿਸਤਰੀ ਵੀ ਮਾਰੇ ਜਾਣਗੇ ਜੇ ਟਰੈਕਟਰਾਂ ਵਾਲੇ ਇੰਜਨ ਕਰਦੇ ਬਣਾਉਣ ਜਾਂਦੇ ਆ ਜਿਹਨਾਂ ਤੋਂ ਨਿਊਜ਼ਲਾਂ ਪੈਂਚਰਾਂ ਦੇ ਕੰਮ ਕਰਾਉਂਦੇ ਆ, ਪੈਂਚਰਾਂ ਵਾਲੇ ਵੀ ਮਾਰੇ ਜਾਣਗੇ, ਪੱਲੇਦਾਰ, ਮੰਡੀ ਦੀ ਕੱਚੀ ਪੱਕੀ ਲੇਬਰ, ਆੜਤੀਏ, ਉਹਨਾਂ ਦੇ ਮੁਨੀਮ। ਤੇ ਜਦੋਂ ਫਿਕਰ ਹੀ ਸਿਰਫ 2 ਡੰਗ ਦੀ ਰੋਟੀ ਦਾ ਹੋਇਆ ਵੀ ਅਗਲੇ ਡੰਗ ਪੱਕੂ ਜਾਂ ਨਾ, ਤਾਂ ਫਿਰ ਰਾਮੇ ਫਰੂਟਾਂ ਵਾਲੇ ਤੋਂ ਚੀਕੂ ਕੌਣ ਲਊ, ਉਹ ਵੀ ਮਾਰੇਗਾ ਵਿੱਚ। ਤੇ ਫਿਰ ਜਦੋਂ ਖਾਣ ਵਾਲਾ ਐਪਲ ਨਹੀਂ ਲੈ ਸਕਦੇ, ਫਿਰ ਫੋਨ ਵਾਲਾ ਐਪਲ ਕੌਣ ਲਊ, ਵਿਨੋਦ ਮੋਬਾਈਲਾਂ ਨਾਲ ਵੀ ਰਗੜੇਗਾ ਵਿੱਚ। ਫਿਰ ਜਦੋਂ ਮਾਵਾਂ ਭੈਣਾਂ ਨੂੰ ਫਿਕਰ ਹੀ ਚਿੰਤਾ ਹੀ ਤਨ ਦੇ 2 ਕੱਪੜਿਆਂ ਦੀ ਹੋਈ ਕਿ ਮਿਲ ਜਾਣਗੇ ਜਾਂ ਨਾ,
फिर काके सनियार तो कोका कौन कराऊ भी लग रहा है पीछे सारा ढांचा हिलदा है भाई एक अल्लाह किसान विरोधी ना समझो इनू कई शायद मेरे वीर है जो होंगे हजे भी ਜਿਹੜੇ ਕਹਿੰਦੇ ਆਪਾਂ ਨੂੰ ਕੀ ਫਰਕ ਪੈਂਦਾ ਇਹਦੇ ਨਾਲ ਤੁਸੀਂ ਦੇਖਿਓ ਸਹੀ ਲਾਗੂ ਹੋ ਲੈਣ ਨੂੰ ਤੁਹਾਨੂੰ ਪਤਾ ਲੱਗੂਗਾ ਜਦੋਂ ਸੇਕ ਦੇਖੋ ਦੂਜੇ ਦੇ ਘਰ ਲੱਗੀ ਹੋਈ ਅੱਗ ਲੋਹੜੀ ਲੱਗਦੀ ਹੈ ਆਪਦੇ ਘਰ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਹੈ ਇਸ ਕਰਕੇ ਜਿਵੇਂ ਕੋਈ ਆਪਣੇ ਹਾੜੀ ਵੇਲੇ ਅੱਗ ਲੱਗ ਜਾਂਦੀ ਹੈ ਕਣਕਾਂ ਨੂੰ ਕੋਈ ਬਿਜਲੀ ਦੇ ਤਾਰਾਂ ਤੂਰਾਂ ਜੁੜ ਕੇ ਅੱਗ ਭਾਵੇਂ 200 ਕਿੱਲਾ ਦੂਰ ਲੱਗੀ ਹੋਵੇ पर रेडियो गुरु घर च बुला के ट्रैक्टर लैके ते कईयां लैके पानी लैके आपां सारे पहुंचदे हैं क्योंकि आपां पता हुंदा कि ये अग रखने के खेत है ये इधर नूं आउंदे नूं ज्यादा टाइम नहीं लगना साडे वाली नहीं ठुकूगी इस करके वीरो जिहड़े समझदे ने किसान विरोधी बिल साडा अज कुछ नहीं मैं उन्हां नूं कहना चाहुंदा कि ये अग जिहड़ी है जे अज किसान दे घरे लग रही दिख रही है तुहानूं धुआं उठ रिहा उतों तां ये ना समझो पात्र दा शेर है कि लगी जे तेरे कलेजे अजे छुरी नहीं है ये ना समझी कि शहर की हालत बुरी नहीं है ये अग कदे भी तुहाडे घरां च आ जूगी इस करके बाल्टियां चक के इस अग नूं बचाउण वास्ते अगे आओ किसान जथेबंदियां दा साथ दिओ लोक अंदोलन बनाओ इनू इन्हां ने बड़ी सोची समझी शाश्वती ये लिआंदे ने बिल ये कोई अज कल च 2 महीने तैयार नहीं होए वो डगरू वाले फाटक कोले मोगे तो जो आने फिरोजपुर नूं तलवंडी भाई तो पहला खब्बे हथ साइलो बने ने नीले रंग दे अंडानियां दे ने परमिशनां कदों मिलियां अकाली भाजपा सरकार वेले बादल साहब की सरकार वेले ते इत्थे तां प्यो ने भी जे पुत्त नूं अपनी विरसे वाली जमीन कराउणी है ओदा भी रजिस्ट्रियां दे रेट रोज बढ़ाउंदे ने इंतकाल दे ओदे भी स्टाम लगदे आ किन्ने अपनी विरसे वाली जमीन लैण नूं भी ते ओह अडानियां दे पता नहीं किन्ने सके लगदे सी इन्हां बादलां ने उन्हां दे स्टैंप ड्यूटी कहने जिन्होंने अस्टाम का खर्चा भी माफ किया जो जमीन विरोधी रजिस्ट्री हुई है तो हुण कहंदे असीं विरोधी हां किहड़े पासे विरोधी हो बई हिस्से ने थोड़े डूम वाली ते रपाना रमाना पंप ने रिलायंस दे किहदे ने हो सुखबीर बादल दे मुमताज बराड़ दा कोटकपूरे पंप रिलायंस दा तृप्तिंदर बाजवे दे मुंडे दा कट्ठू नंगल पंप है ये तो उन्हां दे डीलर ने जी ये किवें कह देणगे कि असीं उन्हां नूं आउण नहीं देना वो जो मर्जी बांग रोड लेंदे ने वो सो सब रले हुए ने मैं होर दिखाऊंगा 1 साल पहला सितंबर 2019 च वीरो नीति आयोग भारत का जिहड़ा नीतियां बनाउंदा है बहुत बड़ा आयोग है उस आयोग ने पूरे मुल्क के सारे राज्यों के सैकटरी एग्रीकल्चर खेतीबाड़ी सकत्तर सदे इस बिल नूं दिखाउण वास्ते साल पहला क्या लियाउणा सी अपना सीगा खेती सैकटरी उदों कान सिंह पन्नू वो गया उत्थे जो बिल देखे उन्हें आके मुख्यमंत्री नूं दस्सिया सितंबर 2019 की गल है जी कैप्टन साहब ने दस्सिया कि बहुत खतरनाक बिल लेके आउण नूं फिरदे ने पंजाब दा अर्थचारा मंडी ढांचा सब लक टुट जू किसानी का बहुत खतरनाक बिल ने इन्हूं रोकण दा प्रबंध करो सितंबर अक्तूबर नवंबर दिसंबर जनवरी भी फरवरी भी मार्च 24 नूं कोरोना वास्ते लॉकडाउन लाया जी फिर कहने सरकार कोरोना च बिजी होगी पर उदों पहला 6.5-7 महीने क्यों नहीं दस्सिया भी उन्हां बिलों बारे कि सानूं आ पता लग गया भाई इहनूं रोकण दा कुछ करिए प्रबंध कैंसर पहली स्टेज ते पता लग जाए इलाज है तीजी स्टेज ते जाके कहदा हां तेरा राहुल गांधी लियांदा हुण की फायदा होया कानून बनाई बैठे ने उदों क्यों नहीं विरोध कीता दस्सिया क्यों नहीं आल पार्टी मीटिंग च ਅਸੀਂ ਆਲ ਪਾर्टी मीटिंग 24 तरीक ਨੂੰ ਹੋਈ ਸੀ 24 ਜੂਨ ਉਸ ਕਿਉਂ ਨਹੀਂ ਦੱਸਿਆ ਕਿ ਕਾਨ ਸਿੰਘ ਪੰਨੂ ਨੇ ਦੱਸਿਆ ਨੰਬਰ 2 ਇਹਨਾਂ ਨੇ ਕੀ ਕੀਤਾ 5 ਮੁੱਖ ਮੰਤਰੀਆਂ ਦੀ ਕਮੇਟੀ ਬਣਾ ਲਈ ਵੀ ਰਾਜਾਂ ਤੋਂ ਰਾਇ ਲਈ ਜਾਣੀ ਹੈ 5 ਮੁੱਖ ਮੰਤਰੀ ਬੀਜੇਪੀ ਦੇ ਸੀਗੇ 4 ਮੀਟਿੰਗਾਂ ਹੋ ਗਈਆਂ ਤੇ ਇਹਨਾਂ ਨੂੰ ਕਿਸੇ ਸਿਆਣੇ ਨੇ ਸਲਾਹ ਦਿੱਤੀ ਕਹਿੰਦੇ ਪੰਜਾਬ ਵਾਲਿਆਂ ਤਾਂ ਵਿੱਚ ਪਾ ਲਓ खेती विरुद्ध बिल लियाने ने उन्होंने सलाह ही हुई बिच साइन तक करा लो नहीं तो एक पासे नहीं लगूगा वो कहते फैसला फिर हम लई बैठे मीटिंगां रह गई 2 चल पंजाब विच पा लिया पंजाब के मुख्यमंत्री नाम विच पा लिया पहली मीटिंग च मंत्री बादल गया तो दूसरी कैप्टन गया तो कैप्टन ने आप कहा
कि मनप्रीत बादल ने मैंने पूछ के गया ना मैंने आके दसिया लै वो यार इंजन नूं नहीं पता डब्बियां च की होई जांदा यार ये कहदा इंजन फिर मुख्यमंत्री नूं नहीं पता मेरे मंत्री कित्थे जांदे ने की कहंदे ने इन्हां नूं पुछना चाहिदा सी कि पहलियां 4 मीटिंगां दा खरड़ा एजेंडा दिओ कि किहड़े-किहड़े फैसले तुसीं करी बैठे हो साडे सिर्फ सहन कराउणे ने उत्थे इन्हां ने हामी भरी है जी हां जी ये बिल आउणे चाहीदे विरोध होण काहदा ऐदां चलदा काम इन्हां दा ये कोई अज तो नहीं 5 जून 2020 नूं कैबिनेट की मीटिंग हुई भारत के मंत्रिमंडल की ਉਹਦੇ ਵਿੱਚ ਇਹ ਆਰਡੀਨੈਂਸ ਵਿਚਾਰਿਆ ਗਿਆ कि कैबिनेट तो मंजूरी लैनी है तो उत्थे मानयोग हरसिमरत कौर बादल उर्फ नन्नी शाह उत्थे मौजूद सी उन्हें नहीं कहा कि बिल विरोध जिहड़े ने मैं इन्हां बिलां दा विरोध करदी हां वो मिनट्स जारी कर देन दिखा देन कि कित्थे विरोध कीता सी हरेक जिहड़ी मीटिंग होंदी ओहदे मिनट्स होंदे ने मिनट्स कि किहने की बोलिया ओनू मिनट्स कहंदे अंग्रेजी वो जारी करो कि लियो जी हरसिमरत ने उत्थे आ बोलिया सीगा विरोध कीता सी हुण तां बीजेपी वाले ने कहता हरदीप पुरी ने आके कहता कि कदों विरोध कीता कुर्सी बचाउणी सी विरोध कित्थे 7 तरीक नूं असीं प्रेस कॉन्फ्रेंस सद्दी उदों तो असीं किसानां दे संघर्ष दे नाल विरोध कर रहे हैं जो लग्या सारा टब्बर बादल का बिच्चे सारे जीजे पुत भतीजे सारे वीडियो पाउण बहुत वधिया बिल ने बई आ कमाल दे बिल ने एवें आम आदमी पार्टी वाले भड़काई जांदे आ बहुत ज्यादा वधिया बिल ने देखो सही हुंदा की है मजीठीए दी प्रेस कॉन्फ्रेंसां हरसिमरत कौर दी वीडियो सुखबीर बादल दी प्रेस कॉन्फ्रेंसां होर तां होर ਉਹ ਬੁਢਾਪਾ ਵੀ ਰੋਲਤਾ पार्लीमेंट तो 10 दिन पहला बड़े बापू तो वाली वीडियो कहते बहुत वधिया बिल ने भाई बहुत कमाल ने सुखबीर ने पढ़ लिया तो सुखबीर ने सारा कुछ दस भी दिता बहुत वधिया बिल ने ते अचानक 15 सितंबर नूं पार्लीमेंट च सुखबीर बादल कहता बहुत माड़े बिल ने भाई बहुत किसान विरोधी ने सानू तो पढ़ाया ही नहीं गया बिल पढ़ाया ही नहीं सानू तो मैं बैठा सी कोले मैं कहा सुखबीर सिंह जे बिल पढ़ाया नहीं तो 2.5 महीने सारा टब्बर सिफतां क्यों करी क्यों भी बिल दियां भी बहुत वधिया ने मैं क्या ये तू नहीं बोलदा ये हुण लोकां दा रोस बोलदा जो लोकां ने पिंडां च लाते ना बोर्ड कि जेड़ा किसानां नाल खड़ू ओही पिंड च वड़ू उदों पंगा पिया इन्हां नूं नहीं कित्थे है किते कुर्सियां छड्डण वाले ने उदों पंगा पिया आ कहंदे ना 9 मास का रिश्ता है जी काली भाजपा का आ किते 9 ही अड हो गया कि थोड़े पलास ने खिंचिया कि थोड़े पलास ने ये लोगों की संघर्ष की जित है जोरदार ताड़ियां मारो उन्होंने जिहड़े रेलवे लाइनों पर बैठे हैं अपने जवाकों को नहीं बैठे हैं भुखे ध्याए बैठे हैं ये उन्होंने रोस ने खिंचिया नहीं किते 9 मास तो ये हुंदे सी अड सो वीरो ये लोग ने मैं पहला तो कहता रहा वक्त तो डरिया करो अब मैं मेरे भी साथी दंद ने मैं पिछले साल इलेक्शन में मैंने पत्रकार ने पूछ लिया अकाली दल का की बनू मैं जी 1920 शुरू 2019 खत्म 99 साल पटासी खत्म हो गया मैं और पड़ गया था देख लो कभी सूत्रे सभा कहीं भी गल पूरी हो जाती है मैं 2013 च माघी के मौके ते थे 14 जनवरी को रैली कर रहे थे उदों मनप्रीत बादल की पार्टी से तो ऐ सामने दी सुखबीर बादल मजीठिया 200-300 गड्डियां का काफला हुटर मारदा लग गया चलो जी मैं चुप हो गया मैं कहा कौन है कहते सुखबीर बादल मैं कहा लैक नोट कर लियो अज 2013 की गल करना मैनू भी नहीं पता सी मैं एमपी बनूंगा या नहीं मैं कहा नोट कर लियो जेडे अज आ जाते ना 300 गड्डियां का काफला ने एक दिन वो भी आऊगा जो सुखबीर बादल ते मजीठिए नूं अपनी गड्डी च बिठाउण वास्ते बंदा नहीं था अज की हालत देखो अज सुखबीर बादल ते मजीठिए नाल फोटो अजे लोकां ने छड्ड परे फेसबुक ते नाल ही गालां पैणीਆਂ थले बड़ा पेशाब लल्ला तड़की होने शुरू क्यों जी लोकां ने हार भी पाए फुल्लां दे 5 वारी मुख्यमंत्री बनाया पर
ਜਦੋਂ ਲੋਕਾਂ ਦੇ ਵਿਰੁੱਧ ਤੁਸੀਂ ਸਾਰੇ ਕਾਨੂੰਨ ਹੀ ਲੋਕਾਂ ਦੇ ਵਿਰੁੱਧ ਬਣਾਓਗੇ, ਆਪਦਾ ਟੱਬਰ ਜਿਹੜਾ ਉਹਨੂੰ ਪਾਲੋਗੇ, ਫਿਰ ਲੋਕ ਵਿਰੋਧ ਵੀ ਕਰਨਾ ਚਾਹੁੰਦੇ ਆ, ਵਿਰੋਧ ਕਰਨਾ ਚਾਹੁੰਦੇ ਆ ਲੋਕ। ਆ ਮੈਂ ਵੀ ਆਇਆ, ਮੈਂ ਹੁਸ਼ਿਆਰਪੁਰ ਆਇਆ, 2 ਦਿਨ ਹੁਸ਼ਿਆਰਪੁਰ ਸੀ, ਰਸਤੇ 'ਚ ਟੋਲ ਪਲਾਜ਼ਾ ਤੇ ਬੈਠੇ ਨੇ, ਮੈਨੂੰ ਤਾਂ ਹੱਸੀ ਕਰ ਲਾਉਂਦੇ ਨੇ, ਮੈਨੂੰ ਤਾਂ ਲੱਗਾ ਆ ਵੀ ਜਾਂਦੇ ਨੇ, ਕਹਿੰਦੇ ਤੈਨੂੰ ਮਾਂ ਜਿੱਥੇ ਵੀ ਜਾਏਗਾ ਸਾਡੇ ਹੱਥ 'ਚ ਹੀ ਬੋਲੇਗਾ, ਤੂੰ ਲੰਘ ਜਾ, ਬਾਕੀਆਂ ਨੂੰ ਕਹਿੰਦੇ ਅਸੀਂ ਹੁਣ ਲੰਘਣ ਦਿੰਦੇ। ਆਹੀ ਪਿਆਰ ਹੈ, ਹੋਰ ਕੀ ਨਹੀਂ। ਇੱਕ ਪਾਸੇ ਤਾਂ ਆ ਪਿਆਰ ਹੈ ਕਿ ਜੀ ਫੋਟੋ ਵੀ ਖਿਚਾਓ, ਚਾਹ ਵੀ ਪਿਆਵਾਂਗੇ, ਲੰਘੋ, ਤੇ ਦੂਜੇ ਪਾਸੇ ਅਕਾਲੀ ਕਾਂਗਰਸੀ ਨੇ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਝੁੰਮਣੀਆਂ ਗਿਣਨੀਆਂ ਪੈਂਦੀਆਂ ਨੇ, ਪੂਰੀਆਂ ਨੇ ਕਿ ਲੈ ਗਏ 31 ਹੋਏ। ਆਹ ਹਾਲਾਤ ਨੇ, ਆਹ ਹਾਲਾਤ ਨੇ ਨਾ। ਸੋ ਵੀਰੋ ਇਹ ਦੋਨੇ, ਅੱਛਾ ਹੁਣ ਮੈਨੂੰ ਦੱਸੋ, ਸੁਖਬੀਰ ਬਾਦਲ ਜੀ ਆ ਗਏ ਉਹ ਅਸਤੀਫਾ ਦੇ ਕੇ, ਕਹਿੰਦੇ ਵੀ ਉਹਦਾ ਅਸਤੀਫਾ ਕਰ ਮੇਰਾ ਮੈਂ ਬੰਦ ਕਰਤਾ, ਮੈਂ ਅਸਤੀਫਾ ਮੈਂ ਐਂ ਬਾਗਮਾ ਮਾਰਨਾ ਸੀ, ਹੋ ਸਕਦਾ 2-4 ਐਪੀ ਦੀਆਂ ਬਰਤਨਾਂ ਬੋਤਲਾਂ ਕੱਢੀਆਂ ਜਾ ਸਕਦੀਆਂ ਸੀ, ਹੈਨਾ। ਵੱਡਾ ਕੁਰਬਾਨੀ ਵਾਲਾ ਕੰਮ ਕੀਤਾ। ਇਹ ਤਾਂ ਕੁਰਬਾਨੀ ਦੇਸ਼ ਭਗਤਾਂ ਦੀ ਹੈ, ਜਿਨ੍ਹਾਂ ਨੇ ਜਾਨਾਂ ਵਾਰ ਕੇ ਦੇਸ਼ ਯਾਦ ਕਰਾਇਆ, ਉਹਨੂੰ ਕੁਰਬਾਨੀ ਕਹਿੰਦੇ ਆ। ਇਹ ਟੋਫੀਆ ਭੁਜਿਆ ਮਹਿਕਮਾ ਛੱਡ ਕੇ ਕਹਿੰਦੇ ਕੁਰਬਾਨੀ ਕਰਤੀ ਅਸੀਂ, ਹੈ ਜੀ। ਕਿਹੜੀ ਕੁਰਬਾਨੀ ਹੈ ਇਹ? ਆ ਕੇ 31 ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੀਆਂ, ਉਹਨਾਂ ਨੇ 25 ਤਰੀਕ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਨਾ, ਬਹੁਤ ਸਾਰੇ ਬੈਠੇ ਹੋਣਗੇ ਤੁਹਾਡੇ ਚੌਕ ਤਰਾਂਜੂਨੇ ਨਾਲ ਸੰਬੰਧਿਤ ਵੀ ਹੋਣਗੇ। ਆਉਣ ਸਾਰ ਇਹਨੇ ਕੀ ਕੀਤਾ, ਕਹਿੰਦਾ 25 ਤਰੀਕ ਨੂੰ ਅਕਾਲੀ ਦਲ ਨੂੰ ਚੱਕਾ ਜਾਮ। ਇਹਨੂੰ ਮੰਦ ਬੁੱਧੀ ਨੂੰ ਕੌਣ ਸਮਝਾਵੇ, ਕੋਈ ਬੰਦ ਤੇ ਚੱਕਾ ਜਾਮ 'ਚ ਕੀ ਫਰਕ ਹੁੰਦਾ ਯਾਰ, ਇੱਕੋ ਗੱਲ ਹੁੰਦੀ ਹੈ। ਅੱਛਾ ਚੱਕਾ ਜਾਮ ਕਹਿ ਕੇ ਕੱਢ ਲਿਆ ਟਰੈਕਟਰ ਮਾਰਚ। ਮੈਂ ਕਿਹਾ ਯਾਰ ਟਰੈਕਟਰਾਂ ਦੀ ਤਾਂ ਚੱਕੇ ਜਾਮ ਹੋਣੇ ਚਾਹੀਦੇ ਸਿੱਧੇ। ਮੈਨੂੰ ਸ਼ਰਤ ਲਾਓ, ਮੇਰੇ ਨਾਲ ਮੈਨੂੰ ਪੱਕਾ ਯਕੀਨ ਹੈ ਇਹਨੂੰ ਚੱਕੇ ਨਹੀਂ ਪਤਾ ਲਿਖੀ ਹੁੰਦਾ। ਸੋ ਇਹਨਾਂ ਨੂੰ ਕੀ ਪਤਾ ਜੀ, ਕਦੇ ਖੇਤੀ ਕੀਤੀ ਉਹਦਾ ਪਤਾ ਲੱਗੇ ਨਾ ਦੁੱਖ। ਮੈਂ ਹੈਰਾਨ ਹੋ ਗਿਆ ਜੀ, ਪਾਰਲੀਮੈਂਟ 'ਚ ਸੁਖਬੀਰ ਬਾਦਲ ਬੋਲਦਾ ਕਹਿੰਦਾ ਮੈਂ ਵੀ ਕਿਸਾਨ ਹਾਂ, ਕਹਿੰਦਾ ਮੈਂ ਵੀ ਖੇਤੀ ਕਰਦਾ। ਆਹ ਜਿਹੜਾ ਤੁਸੀਂ ਟੋਪੀ ਵਾਲਾ ਕਿੱਲ ਕੱਢਿਆ ਨਾ, ਮੈਂ ਕੋਲੇ ਖੜਾ ਹੋ ਗਿਆ। ਮੈਂ ਕਿਹਾ ਜੇ ਤੂੰ ਕਿਸਾਨ ਹੈ, ਖੇਤੀ ਕਰਦਾ, ਚੱਲ ਇਹੀ ਦੱਸਦੇ ਆ ਕਿਹੜੀ ਫਸਲ ਬੀਜਦੇ ਹੋ ਜਿਹਦੇ ਨਾਲ 1000 ਬੱਸਾਂ ਦੇ ਮਾਲਕ ਬਣ ਜਾਂਦੇ ਨੇ। ਸਾਡੇ ਧੀਏ ਪੁੱਤ ਵੀ ਬੱਸਾਂ ਨੂੰ ਤਾਂ ਮਹੀਨੀਆਂ ਪਾ ਲੈਣਗੇ ਯਾਰ, ਕੋਈ 2-4 ਕਿੱਲੇ ਬੀਜ ਕੇ। ਤਾਂ ਦੱਸ ਦੇ ਫਿਰ ਕਿਹੜੀ ਫਸਲ ਬੀਜਦੇ ਹੋ ਜਿਹਦੇ ਨਾਲ ਹੋਟਲ ਬਣਦੇ ਨੇ, ਦੱਸ ਦਿਓ ਫਿਰ ਕਿਹੜੀ ਫਸਲ ਬੀਜਦੇ ਹੋ ਜਿਹਦੇ ਨਾਲ ਹੈਲੀਕਾਪਟਰਾਂ ਦੇ ਮਾਲਕ ਬਣ ਜਾਂਦੇ ਹੋ। ਕਿਸਾਨ ਆ, ਕਹਿੰਦਾ ਮੈਂ ਵੀ ਕਿਸਾਨ ਆ ਜੀ। ਲੈ ਹੁਣ ਕੀ ਆ, ਹੁਣ ਨਾ ਕਿਸਾਨਾਂ ਦਾ ਦਬਦਬਾ ਹੈ, ਕਿਸਾਨਾਂ ਦਾ ਰੋਹ ਜਿਹੜਾ ਉਹ ਪਹੁੰਚ ਰਿਹਾ ਹੈ, ਸਰਕਾਰਾਂ ਦੁਆਰਾ ਹਿੱਲ ਗਈਆਂ ਕੰਧਾਂ, ਤਾਂ ਹੁਣ ਕਹਿੰਦਾ ਮੈਂ ਵੀ ਕਿਸਾਨ ਆ। ਉਹ ਗੱਲ ਹੋ ਗਈ, ਇੱਕ ਕਿਤੇ ਡਾਕੂਆਂ ਨੇ ਬੱਸ ਘੇਰ ਲਈ, ਬੱਸ ਘੇਰ ਕੇ ਲੁੱਟ ਕੇ ਸਵਾਰੀਆਂ। ਉਹ ਡਾਕੂਆਂ ਦਾ ਸਰਦਾਰ ਜਿਹੜਾ ਸੀ ਉਹ ਕਹਿੰਦਾ ਲਾਈਨ 'ਚ ਖੜਾ ਕੇ ਨਾ ਕੱਲੇ ਦਾ ਨਾਮ ਪੁੱਛ ਕੇ ਗੋਲੀ ਮਾਰੀ ਜਾਓ। ਇੱਕ ਨੂੰ ਪੁੱਛਿਆ ਕੀ ਨਾਮ ਹੈ, ਕਹਿੰਦਾ ਰਮੇਸ਼ ਕੁਮਾਰ ਹੈ, ਸਿਰ 'ਚ ਗੋਲੀ ਮਾਰੀ। ਦੂਜੇ ਨੂੰ ਪੁੱਛਿਆ ਤੇਰਾ ਕੀ ਨਾਮ ਹੈ, ਉਹ ਕਹਿੰਦਾ ਬਲਦੇਵ ਸਿੰਘ ਹੈ ਜੀ, ਸਿਰ 'ਚ ਗੋਲੀ ਮਾਰੀ। ਤੀਜੀ ਕੋਈ ਜਨਾਨੀ ਸੀ, ਕਹਿੰਦੇ ਹਾਂ ਮਾਤਾ ਜੀ ਤੇਰਾ ਕੀ ਨਾਮ ਹੈ, ਉਹ ਕਹਿੰਦੀ ਪੁਸ਼ਪਾ ਦੇਵੀ ਹੈ ਜੀ। ਡਾਕੂਆਂ ਸਰਦਾਰ ਕਹਿੰਦਾ ਨਾ ਇਹਦੇ ਗੋਲੀ ਨਾ ਮਾਰੇ, ਮੇਰੀ ਮਾਂ ਦਾ ਨਾਮ ਕਹਿੰਦਾ ਪੁਸ਼ਪਾ ਦੇਵੀ ਸੀ, ਇਹਨੇ ਅੱਜ ਮੈਨੂੰ ਮਾਂ ਦੀ ਮਮਤਾ ਯਾਦ ਕਰਾਤੀ, ਕਿੰਨੇ ਪਿਆਰ ਨਾਲ ਪਾਲਦੀ, ਛੱਡਤੀ। ਉਹ ਗਾਹਾਂ ਸੁਖਬੀਰ ਵਰਗਾ ਖੜਾ ਸੀ ਲਾਈਨ 'ਚ। ਉਹ ਕਹਿੰਦਾ ਤੇਰਾ ਕੀ ਨਾਮ ਹੈ, ਕਹਿੰਦਾ ਉਹ ਤਾਂ ਸੁਖਬੀਰ ਸਿੰਘ ਹੈ, ਉਹ ਮੈਨੂੰ ਪੁਸ਼ਪਾ ਪੁਸ਼ਪੀ ਕਹਿੰਦੇ ਆ ਸਾਰੇ। ਉਹ ਡਾਕੂ ਕਹਿੰਦਾ ਇਹ ਤਾਂ 10 ਗੋਲੀਆਂ ਵੱਧ ਮਾਰੋ, ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਹੈ। ਕਹਿੰਦੇ ਉਹ ਤਾਂ ਅਸੀਂ ਕਾਰੋਬਾਰੀ ਆ, ਉਹ ਅਸੀਂ ਟਰਾਂਸਪੋਰਟਰ, ਪਰ ਸਾਨੂੰ ਕਿਸਾਨ ਹੀ ਕਹਿੰਦੇ ਆ। ਆਗੇ ਵੱਡੇ ਕਿਸਾਨ ਨੇ, ਕਿੱਥੋਂ ਆ ਕਿਸਾਨ ਨੇ ਇਹਨਾਂ ਦੇ। ਮੈਂ ਇਹਨਾਂ ਦੀਆਂ ਅੰਦਰਲੀਆਂ ਲਿਆਉਂ ਕੱਢ ਕੇ, ਤੁਸੀਂ ਥੱਲੇ ਵਾਲਾ ਕੰਮ ਸਾਂਭੀ ਜਾਓ ਵੀ ਪੋਸਟਰ ਕਿੱਥੇ ਲਾਉਣਾ, ਰੋਡ ਸ਼ੋ ਕਿੱਧਰ ਦੀ ਜਾਣਾ, ਤੇ ਪੋਲਿੰਗ ਬੂਥ ਤੇ ਕੌਣ ਬੈਠੂਗਾ, ਤਾਹਾਂ ਦੀ ਫਿਕਰ ਨਾ ਕਰੋ। ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰਿਹਾ। ਕਿੱਥੋਂ ਦੇ ਕਿਸਾਨ ਨੇ ਇਹ? ਆਗੇ ਕਿਸਾਨੀ ਦੀ ਗੱਲ ਕਰਦੇ ਆ। ਤੁਸੀਂ ਐਂ ਕਰੋ, ਸ਼ਰਤ ਲਾ ਲਓ, ਉਹ ਵੀ ਦੂਜਾ ਵੀ ਕਾਂਗਰਸ ਵਾਲਾ ਰਾਹੁਲ ਗਾਂਧੀ, ਉਹ ਆ ਗਿਆ ਸੋਫਿਆਂ ਟਰੈਕਟਰ ਲੈ ਕੇ। ਮੈਂ ਕਿਹਾ ਯਾਰ ਆਪਣੀਆਂ ਭੈਣਾਂ ਦੇ ਵਿਆਹ 'ਚ, ਚਾਚੇ ਦੀ ਕੁੜੀ ਦੇ ਵਿਆਹ 'ਚ, ਭੂਆ ਦੀ ਕੁੜੀ ਦੇ ਵਿਆਹ 'ਚ ਟਰਾਲੀ 'ਚ ਸੋਫੇ ਧਰ ਕੇ ਉਹਦੇ ਸਹੁਰੇ ਘਰੀ ਛੱਡ ਕੇ ਤਾਂ ਆਏ ਆ, ਪਰ ਟਰੈਕਟਰ ਦੇ ਸੋਫੇ ਪਹਿਲੀ ਵਾਰ ਦੇਖੇ ਹੋਏ।
लो जी वो आ गया 3 दिन तुम शर्त ला लो आप सारे खेती वाले राहुल गांधी नूं, सुखबीर बादल नूं, नन्ही शाह नूं, मजीठीए नूं, कैप्टन अमरिंदर नूं, इन्हां नूं पुछ लियो भी गन्ना किन्ने बेचीदा है। मेरे नाल शर्त लाओ, 5 का जवाब हूं। पहला थोड़े छोटे ਜਿਹੇ थोड़े नाल ना गुड़ दी छोटी छोटी डलियां करते हैं, फिर मैं दबदे ने। इन्हां नूं मोटे का पता ही नहीं, शर्त लाओ मेरे नाल। कदे गए होण खेत का पता लगे, सुखबीर बादल को पूछ लियो मच्छी मोटर की होंदी है, वो कहो जी मोटर से मछलियां पालते हैं मछली कहते हैं। कदे गए होण तो पता लगे थले धरती से एक बंदा का जुड़िया होवे, किते 2 बील वाले इंजन के सिलेंसर में मच्छरदानी ला के सुते होण, जीरी नूं पानी लाउण दे, कदे पटे नूं बरोजा लाया होवे, कदे चैन डोरी पल्ली होवे, कदे आसी ट्रैक्टर नूं हैंडल मार के 2 बारी बांह लवाई होवे, लगे पता ना हो किहड़े किसान ने। किसान आ गए कुछ नहीं पता इन्हों अपने नरमा बीजा जाता, नरमा बेचा है 3-4 बारी नरमा चुक के जो टींडे बजते हैं तोड़ के घर लिया के छापे धरते हैं, धुप चौ खिड़ जाते हैं। तुम ऐ करो टींडे जो खिड़ गए इन्होंने 4-5 जो किसान कहते अपने आप इन्हों छाते चढ़ लिया के अपने पिंड घर लिया के दसो ना पहला उनको ये आ देखो इसके बारे की कहोगे। मैं छत लाओ ना सारा मैं बयान हूं पंजाब दी छत्तां भी बहुत उपजाऊ ने, इन्होंने किवें दसीए छत्तां ते नहीं होया टींडे लियाते ने खेतों, सच्चियां ने पैंदियां ने सिद्धियां। एक बारी जोरदार ताड़ियां मार के साडी टीम दा आउट करदा सो वीरो किसे पासों किसान नहीं, इन्हों कुछ पता ही नहीं भी जे डॉक्टर नूं रोग ही नहीं पता दवाई किवें देऊगा। तुसीं ओह जे बंदियां नूं चुन के भेजो ਜਿਹੜੇ थोड़े दुख जानते ने, थोड़े विच रहिंदे ने, थोड़े चुल्हे की अग का पता है, थोड़ी दिहाड़ी का पता है, थोड़े खर्चियां का पता है, रेहां तेलां सप्रेयां का पता है। वह जन भेजो तो खेती बारे गल कर सकता, वो कौन करूगा गल? असीं तां थोड़े नाल, मैं अज भी प्रधान पार्टी का मैं ਜਦੋਂ ਤੋਂ ਚੱਲਿਆ है अंदोलन हमेशा मैं वलंटियरां नूं ਜਾਂ ਉਹਦੇ जो भी ने मैनूं यही गल कहना, अज भी तुहानूं कहना कि किसान जथेबंदियां जो भी प्रोग्राम देणगियां आपां उन्हां दे बराबर कोई प्रोग्राम नहीं रखना, ना कोई पार्टी का झंडा लेके जाना है, ना कोई झाड़ू वाला कोई मफलर, ना पट्ट ते पट्टी ते ना कोई जिंदाबाद आम आदमी पार्टी का नारा लाना। चुप करके जिथे वो बैठे ने उत्थे जाके किसान दे पुत भतीजे बन के ते किसान बन के बैठो, उत्थे उन्हां दे संघर्ष नूं आपां होर मजबूत करो। सो वीरो ਇਹ ਉਹਨਾਂ ਦੇ ਸੰਘਰਸ਼ ਨੂੰ ਵਿੱਚੋਂ ਤੋੜੀ ਜਾਂਦੇ ਨੇ। ਲੈ ਕੈਪਟਨ ਸਾਹਿਬ ਹੁਣ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਤੋਂ ਮੁੱਕਰ ਰਹੇ ਕਿਉਂਕਿ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ। ਐਗਰੀਕਲਚਰ, ਹੈਲਥ ਤੇ ਐਜੂਕੇਸ਼ਨ ਸੰਵਿਧਾਨ ਨੇ ਸਾਨੂੰ ਇਹ ਤਿੰਨੇ ਰਾਈਟ ਦਿੱਤੇ ਨੇ ਕਿ ਇਹ ਰਾਜਾਂ ਦੇ ਵਿਸ਼ੇ ਨੇ। ਐਗਰੀਕਲਚਰ ਨਾਲ ਸੰਬੰਧਿਤ ਕੋਈ ਵੀ ਫੈਸਲਾ ਕਿਸੇ ਵੀ ਰਾਜ ਦੀ ਵਿਧਾਨ ਸਭਾ 'ਚ ਹੋ ਸਕਦਾ ਹੈ। कैप्टन अमरिंदर सिंह विधानसभा सैशन बुलाउण आम आदमी पार्टी विरोधी तेरा असीं साथ देवांगे कि देख कि ये जिहड़े कानून ने ये साडे पंजाब की खेती नूं बर्बाद करना ने, असीं इन्हां नूं इत्थे लागू नहीं होण देवांगे, असीं वोटां हक च पावांगे कि हाँ चलो। असीं विरोधी करन दा मतलब ये नहीं हुंदा हर वक्त निंदा चुगलियां करनियां ने, आलोचना करनी है, चंगे काम करनगे तो साथ भी देवांगे असीं, पर मुकरदा क्यों? क्योंकि मोदी कोल इहदियां भी फाइलां बहुत पईयां ने, वो वाम रोक लेंदा है। बुला ना विधानसभा सैशन दा कर बहुमत है, असीं साथ देण नूं तैयार हां, ज्यादा की तू कर ये रले हुए ने आपस च सारे इकट्ठे। सो उपरले पासे आपां नूं होर कुछ कहंदे ने, अंदरों कुछ होर ने। वीरो एक जुल्म करदी है, एक जुल्म नूं रोकदी है। तलवार तलवार च फर्क होता है, एक जुल्म करती है, एक जुल्म नूं रोकदी है, तलवार तलवार च फर्क होता है। एक छप के विकदा है, एक विक के छपदा है, अखबार अखबार च फर्क होता है।
ਇੱਕ ਕੌਮ ਤੋਂ ਵਾਰ ਦਿੱਤਾ ਜਾਂਦਾ ਹੈ ਤੇ ਇੱਕ ਦੇ ਉੱਤੋਂ ਵੀ ਕੌਮ ਹੀ ਵਾਰ ਦਿੱਤੀ ਜਾਂਦੀ ਹੈ। ਪਰਿਵਾਰ 'ਚ ਫਰਕ ਹੁੰਦਾ ਹੈ। ਇੱਕ ਲੋਕਾਂ ਦੇ ਹੱਕਾਂ ਲਈ ਲੜਦਾ ਹੈ ਤੇ ਇੱਕ ਆਪਣੇ ਹਿੱਤਾਂ ਲਈ ਲੋਕਾਂ ਨੂੰ ਲੜਾਉਂਦਾ ਹੈ। ਸਰਦਾਰ 'ਚ ਫਰਕ ਹੁੰਦਾ ਹੈ। ਇਹ ਲੜਾਉਣ ਵਾਲੇ ਨੇ ਆਪਣੇ ਹਿੱਤਾਂ ਲਈ, ਸਾਨੂੰ ਲੜਾਉਣ ਵਾਲੇ ਨਹੀਂ ਬਸ। ਸੋ ਵੀਰੋ, ਕੱਲ ਨੂੰ ਦਿੱਲੀ ਦਾ ਪ੍ਰੋਗਰਾਮ ਬਹੁਤ ਸਾਰੇ ਪਹੁੰਚ ਗਏ। मैं भी जाऊं दिल्ली आज सच्चा आत्मा मैं नहीं थकदा होगा मेरा गड्डी च पैसा ना सुना थोड़ा प्यार ही इन्ना थकन दिंदा प्यार है ये इन्हां नूं पंगा पैंदा भी जो भी देखदे ने क्या कौन जुत्तियां वाले दिन हैगे हो जुत्तियां भी धोण लगे लोग हैं देखिया होना तुसी देखो सियाणे लोग बैठे हो मेरे तो बड़ी उम्र के बैठे हो तजर्बेकार हो मैनूं ये दसो भाई ये धार्मिक मुद्दा है ਜਿਹੜੇ ਬਿੱਲ ਆਏ ਨੇ ਇਹਨਾਂ ਦਾ ਕੋਈ ਧਰਮ ਨਾਲ ਸੰਬੰਧਿਤ ਹੈ ਨਹੀਂ ਹੈਗਾ ਨਾ ਕੋਈ ਇਹ ਕਿਸੇ ਵੀ ਧਰਮ ਦਾ ਮੁੱਦਾ ਤਾਂ ਨਹੀਂ ਹੈਗਾ ਨਾ ਤੇ ਫਿਰ ਇਹ ਗੁਰਦੁਆਰੇ ਕਿਉਂ ਵੜ ਗਏ ਵੀ ਹੁਣ ਇਹ ਗੁਰਦੁਆਰੇ ਨੂੰ ਕਿਉਂ ਵਰਤ ਰਿਹਾ ਵੀ ਰਾਜਨੀਤੀ ਵਾਸਤੇ ਜਦੋਂ ਆਏ ਉੱਥੋਂ ਤਲਵੰਡੀ ਸਾਬੋ ਦੀਵਾਨ ਹਾਲ ਚ ਰਾਜਨੀਤਿਕ ਰੈਲੀ ਕੀਤੀ ਫਿਰ ਭੱਠਾ ਸਾਹਿਬ ਰੋਪੜ ਕੋਲੇ ਉੱਥੇ ਦੀਵਾਨ ਹਾਲ ਚ ਰਾਜਨੀਤਿਕ ਰੈਲੀ ਕੀਤੀ ਫਿਰ ਆਲਮਗੀਰ ਲੁਧਿਆਣੇ ਉੱਥੇ ਦੀਵਾਨ ਹਾਲ ਚ ਰੈਲੀ ਕੀਤੀ ਤੇ ਫਿਰ ਤਿੰਨੇ ਤਖਤਾਂ ਤੋਂ ਚੱਲ ਪਏ ਲੈ ਕੇ ਬੜੀਆਂ ਬੜੀਆਂ ਗੱਡੀਆਂ ਇਧਰੋਂ ਨੰਨੀ ਸ਼ਾਹ ਚੱਲ ਪਈ ਉਦੋਂ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਬਾਦਲ ਤੇ ਮਜੀਠੀਆ ਚੱਲ ਪਏ ਤੇ ਉੱਥੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਉਹ 2 ਥਰਮਾਮੀਟਰ ਦਲਜੀਤ ਚੀਮਾ ਤੇ ਚੰਦੂ ਮਾਜਰਾ ਇਹ 4 ਨੇ 2 ਆਪਣੇ ਕੋਲ ਨੇ ਇੱਕ ਭੂੰਦੜ ਇੱਕ ਮਨੂਕਾ ਇਹਨਾਂ ਅਕਾਲੀ ਦਲ ਦੇ ਥਰਮਾਮੀਟਰ ਨੇ ਜਦੋਂ ਇਹ ਚੈੱਕ ਕਰਨਾ ਹੋਵੇ ਲੋਕ ਕਿੰਨਾ ਗੁੱਸੇ ਨੇ ਆਪਣੇ ਇਹਨਾਂ ਨੂੰ ਪਿੰਡ 'ਚ ਭੇਜ ਕੇ ਦੇਖ ਲੈਂਦੇ ਨੇ ਜਿੰਨੇ ਖੇਤਰ ਪੈਂਦੇ ਉਹ ਸਾਫ ਲਾ ਲੈਂਦੇ ਨੇ ਜ਼ਿਆਦਾ ਹੈ ਅਜੇ ਜ਼ਿਆਦਾ ਹੈ ਨਾ ਜਾਈਏ ਉਹ ਥਰਮਾਮੀਟਰ ਚੱਲ ਪਏ 2 ਉੱਥੋਂ ਰਸਤੇ ਦੇ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਦਮਦਮਾ ਸਾਹਿਬ ਤੋਂ ਤੇ ਅਨੰਦਪੁਰ ਸਾਹਿਬ ਰਸਤੇ ਦੇ ਵਿੱਚ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਐਂਪਲੇਟਾਂ ਲਈ ਖੜੇ ਸੀ ਲੰਗਰ ਦੀਆਂ ਵਧੀਆ ਗੱਲ ਹੈ ਲੰਗਰ ਵਰਤਾਓ ਪਰ ਮੈਂ ਸ਼੍ਰੋਮਣੀ ਕਮੇਟੀ ਨੂੰ ਪੁੱਛਣਾ ਚਾਹੁੰਦਾ ਕਿ ਠੀਕ ਹੈ ਉਹਨਾਂ ਨੂੰ ਤਾਂ ਤੁਸੀਂ ਲੰਗਰ ਵਰਤਾਤਾ ਅਕਾਲੀ ਦਲ ਵਾਲਿਆਂ ਨੂੰ ਤੇ ਜਿਹੜੇ ਕਿਸਾਨ ਸੜਕਾਂ ਤੇ ਰੇਲਵੇ ਲਾਈਨਾਂ ਤੇ ਬੈਠੇ ਉਹਨਾਂ ਨੂੰ ਕਿੰਨੀ ਵਾਰੀ ਲੰਗਰ ਦੇ ਕੇ ਆਏ ਤੁਸੀਂ ਕਿੰਨੀ ਵਾਰੀ ਲੰਗਰ ਵਰਤਾਇਆ ਉੱਥੇ ਸ਼੍ਰੋਮਣੀ ਕਮੇਟੀ ਨੇ ਉਹ ਤਾਂ ਲੋਕ ਆਲੇ ਵਾਲੇ ਪਿੰਡਾਂ ਨੂੰ ਇਕੱਠੇ ਕਰਕੇ ਆਪਦੀ ਰਸਤ ਆਪ ਬਣਾਉਂਦੇ ਨੇ ਧਾਰਮਿਕ ਬਿੰਦ ਬਣਾ ਲਿਆ ਉਹਨੂੰ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਉਹਦਾ ਪ੍ਰਧਾਨ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਹੈ ਗੋਬਿੰਦ ਸਿੰਘ ਸੋ ਵੀਰੋ ਇਹ ਅੱਜ ਤੋਂ ਨਹੀਂ ਇਹ ਬਹੁਤ ਦੇਰ ਤੋਂ ਜਦੋਂ ਬਾਦਲ ਪਰਿਵਾਰ ਤੇ ਕੋਈ ਰਾਜਨੀਤਿਕ ਸੰਕਟ ਆ ਜਾਂਦਾ ਨਾ ਉਹ ਧਰਮ ਦਾ ਸਹਾਰਾ ਲੈਂਦੇ ਆ ਜਿਵੇਂ ਉਹ ਕੋਰਟ ਕੇ ਲਈ ਨਹੀਂ ਹੁੰਦੀ ਸ਼ਿਵਕਲੀ ਕਹਿੰਦੇ ਉਹ ਸਾਰੀ ਰਾਤ ਮੱਛਰ ਕੀੜੇ ਮਕੌੜੇ ਖਾਈ ਜਾਂਦੀ ਹੈ ਦਿਨ ਚੜ੍ਹਨ ਸਾਰ ਗੁਰੂ ਸਾਹਿਬ ਦੀ ਫੋਟੋ ਦੇ ਲੋਕ ਜਾਂਦੀ ਹੈ ਉਹ ਹੈ ਬਾਦਲ ਹਾਂ ਮੈਂ ਤਾਂ ਹੀ ਕਹੂੰ ਮੰਦੇ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਲੋਕ ਬੋਲਣ ਲੱਗੇ ਮੇਰਾ ਤਾਂ ਅੱਧਾ ਭਾਰ ਰਹਿ ਗਿਆ ਹੁਣ ਆਪ ਹੀ ਬੋਲਣ ਲੱਗੇ ਲੋਕ ਮੈਂ ਤਾਂ ਜੋ ਕਰਾਇਆ ਯਾਰ ਮੈਂ ਉਹ ਹੁਣ ਮੈਂ ਤਾਂ ਚੱਕਰ ਪਾਏ ਨੇ ਟੱਸ ਤੋਂ ਫਿਰ 3 ਦਿਨ ਚੱਲ ਪਿਆ 3 ਦਿਨ ਚੱਲ ਪਿਆ ਸੋ ਵੀਰੋ ਜੇ ਚਾਹੇ ਇੱਛਾ ਸ਼ਕਤੀ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਹੱਥ 'ਚ ਬਹੁਤ ਕੁਝ ਹੈ ਪਰ ਕਿਉਂਕਿ ਅੰਦਰੋਂ ਤਾਂ ਸਾਈਨ ਕਰਕੇ ਇਹ ਪਹਿਲੀ ਵਾਰ ਨਹੀਂ ਆ ਕਿ ਸਾਈਨ ਕਰੇ ਅੰਦਰੋਂ ਸਾਈਨ ਕਰੇ ਬਾਹਰ ਆ ਕੇ ਕੁਝ ਹੋਰ ਕਹਿਣ ਲੱਗੇ SYL ਦੇ ਤਾਂ ਇਹੀ ਸੀ ਪ੍ਰਕਾਸ਼ ਸਿੰਘ ਬਾਦਲ ਨੇ 1978 ਚ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਦੋਸਤ ਚਟਾਲਿਆਂ ਦੇ ਦੇਵੀ ਲਾਲ ਉਹਨਾਂ ਨੂੰ SYL ਦੀ ਸਰਵੇ ਕਰਨ ਦੀ ਪਰਮਿਸ਼ਨ ਦਿੱਤੀ ਤੇ ਉਸ ਤੋਂ ਬਾਅਦ ਪਟਿਆਲੇ ਤੋਂ MPC ਕੈਪਟਨ ਅਮਰਿੰਦਰ ਸਿੰਘ ਕਪੂਰੀ ਪਿੰਡ ਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦੀ ਚਾਂਦੀ ਦੀ ਕਹੀ ਲੈ ਕੇ ਉਹਨੇ ਟੱਕ ਲਵਾਇਆ ਉਹਦੀ ਖਰਾਈ ਸ਼ੁਰੂ ਕਰਾਈ ਦੋਨਾਂ ਨੇ SYL ਦੇ ਹੱਕ ਚ ਤੇ ਬਾਅਦ ਦੇ ਵਿੱਚ ਹੁਣ ਪਾਣੀ ਦੇ ਰਖਵਾਲੇ ਹੋ ਜੋ ਲੋਕੋ ਤਿਆਰ ਕੁਰਬਾਨੀਆਂ ਵਾਸਤੇ ਆਪਾਂ ਰੱਖੇ ਹੋਏ ਆ ਖੇਲਾ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਵਿੱਚ ਕੁਰਬਾਨੀਆਂ ਅਸੀਂ ਦੇ ਜਾਈਏ ਸੋ ਵੀਰੋ ਇਹਨਾਂ ਤੋਂ ਬਚਿਓ ਇਹਨਾਂ ਦੇ ਏਜੰਡੇ ਤੇ ਆਮ ਲੋਕ ਹੈ ਹੀ ਨਹੀਂ ਅੱਜ ਆ ਮੇਰੇ ਕੋਲੇ ਮੰਗ ਪੱਤਰ ਦੇ ਕੇ ਗਏ ਆ ਇੱਥੇ ਖੜੇ ਆ ਪੈਰਾਮੈਡੀਕਲ ਸਟਾਫ ਵਾਲੇ ਨੇ ਕੋਰੋਨਾ ਕਰਕੇ ਡਿਊਟੀਆਂ ਲਵਾ ਲਈਆਂ ਅੱਜ ਤੱਕ ਰੁਪਈਏ ਦਾ ਇੱਥੇ ਖੜੇ ਆ ਮੁੰਡੇ ਪੁਲਿਸ ਵਾਲੇ ਮੁੰਡੇ ਖੜੇ ਆ ਵਲੰਟੀਅਰ ਹੈ ਨਾ
कहे सानू करवा लिया जी काम 1 रुपया दिता, घर घर नौकरियों का वादा किया, एक पूरे नहीं होया। किहड़े कर्जे माफ हो गए साडे दसो, किहड़ियां 2500 रुपया बुढ़ापा पेंशन मिलने लगियां। मैं पार्लीमेंट च बोलिया सी, मैं कहा संत राम उदासी की कविता है। संत राम उदासी बहुत बड़ा एक इनकलाबी शायर होया, दलितां गरीबां मजदूरां बारे लिखदा सी। राय साहब पिंड है बरनाले कोल मेरे हल्के च। संत राम उदासी कहंदा, संत राम उदासी ने लिखा किसानी बारे कि गल लग के सीरी दे जट रोवे, बोला विचों नीर वगया, लिया तंगली नसीबां नूं फरोलीए, तूड़ी विचों पुੱਤ जगया। मैं कहा जी तूड़ी रह जाती सी, तंगली नाल तूड़ी फरोड़दा सी, बाकी तो ब्याज बूज चला जाता सी। हुण तुसीं तंगली ते तूड़ी भी खोण लगे हो, हुण तुसीं उदों सारा कुछ खोण लगे हो, बड़े बड़े व्यापारियों तुसीं साडी खेती देण लगे हो। ना करो। जय जवान ते जय किसान, ट्रालियां दे डालियां ते फोटो हुंदी सी, एक पासे फौजी जवान दी फोटो जय जवान, एक पासे किसान दी फोटो जय किसान लिखिया हुंदा सी। अज फोटो किथे देखदे हो दोनां दियां, किसान दी फोटो फाहा ले दी, खुदकुशी कर गया जी करजे करके, वो छपदी अखबार च, ते जवान दी फोटो हद ते बार्डर ते शहीद होए दी। उत्थे भी असीं मरीए। आम तौर ते फौज दे विच किसान परिवारां दे मुंडे ने, एक भाई फौज हो गया, जब दूजा खेती करी जांदा, ਉਹ ਬਾਰਡਰ ਤੇ ਮਰੀ ਜਾਂਦਾ, ਦੂਜੇ ਦੀ ਜ਼ਮੀਨ ਖੋ ਕੇ ਉਹਨੂੰ ਇੱਥੇ ਮਾਰੀ ਜਾਂਦੇ। ਜਾਵਾਂ ਕਿੱਥੇ ਅਸੀਂ? ਹੱਦ ਹੈ ਯਾਰ। ਮੋਦੀ ਨੂੰ ਕੋਈ ਸੁਪਨਾ ਵੀ ਆ ਜਾਏ ਕਹਿੰਦੇ ਕਾਨੂੰਨ ਹੈ ਬਸ ਇਹ। ਕੋਈ ਗੱਲ ਹੈ ਯਾਰ, ਕਿਸੇ ਨਾਲ ਗੱਲ ਤਾਂ ਸਲਾਹ ਤਾਂ ਕਰ ਲਓ। ਕਦੇ ਨੋਟਬੰਦੀ, ਕਦੇ GST, ਕਿੰਨੀ ਜਨਤਾ ਦੁਖੀ ਕੀਤੀ ਇਹਨਾਂ ਨੇ, ਸਿਰਫ ਆਪਦੇ ਪੂੰਜੀਪਤੀਆਂ ਨੂੰ, ਆਪਦੇ ਜਿਹੜੇ ਅੰਬਾਨੀ ਅਡਾਨੀਜ਼ ਨੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ। ਸੋ ਵੀਰੋ, ਗ੍ਰਾਮ ਸਭਾ ਦੀ ਮੈਂ ਗੱਲ ਕਰਦਾ, ਸੌਖੇ ਤਰੀਕੇ ਨਾਲ ਸਮਝਾ ਦਿੰਦਾ। बहुत सारे मेरे को फोन भी आते हैं, ये कहते भी भाई जी पंचायत तो साढ़े पिंड हैगी है पर ग्राम सभा नहीं बनी हुई। जिहड़े पिंड पंचायत है उत्थे अपने आप ही ग्राम सभा बनी होंदी है। पहला ग्राम सभा नोटिफाई होंदी है, फिर पंचायत दी वोटां पैंदियां। पिंड दा हरेक वोटर जिहदी उम्र 18 साल तो उपर है वो ग्राम सभा का अपने आप ही मैंबर होंदा है। जदों मर्जी ग्राम सभा बुलाई जा सकती है, सरपंच बुलावे तब ग्राम सभा दे विच फैसला हज कर लो। थोड़े पिंड की पंचायत ने यह मता पास करता भी ये टोपा है सज्जे पासे वाला, ये भर देना, ये पूर देना, पर लोग कहते नहीं जी पानी की निकासी का बहुत मुश्किल हो जाएगी, घर च पानी भरिया करूँ, ये टोपा भरना नहीं चाहिए। पर पंचायत ने मता पाता, फिर की होगा? फिर पिंड के 20% लोग यानी कि वोटां 100 ने तो 20 बंदे लिख के दे देन वीडियो नूं कि ग्राम सभा बनाउणी चाहुंदे आ असीं, पंचायत के किसी फैसले तो असीं खुश नहीं है। वीडियो नूं ग्राम सभा बुलाउणी पऊ, ਉਹਦੀ ਅਨਾਉਂਸਮੈਂਟ ਹੋਊ ਗੁਰੂ ਘਰ ਚ, ਢੋਲ ਵਾਲੇ ਨਾਲ ਜਾਂ ਚੌਕੀਦਾਰ ਰਹੀ ਗ੍ਰਾਮ ਸਭਾ ਚ ਬੈਠੋਗੇ ਤੁਸੀਂ, ਉੱਥੇ ਪੁੱਛਿਆ ਜਾਊਗਾ ਕਿ ਇਹ ਟੋਬਾ ਜਿਹੜੇ ਚਾਹੁੰਦੇ ਨੇ ਕਿ ਭਰਿਆ ਜਾਵੇ ਪਹਿਲਾਂ ਉਹ ਹੱਥ ਖੜੇ ਕਰ ਲਓ। ਫਿਰ ਜਿਹੜੇ ਨਹੀਂ ਚਾਹੁੰਦੇ ਕਿ ਇਹ ਟੋਬਾ ਜਿਹੜਾ ਨਾ ਭਰਿਆ ਜਾਵੇ ਤੇ ਟੋਬਾ ਹੀ ਰਹੇ ਉਹ ਹੱਥ ਖੜੇ ਕਰ ਦਿਓ। ਜੇ ਟੋਬਾ ਨਾ ਭਰਨ ਦੇ ਹੱਕ ਚ ਜਿਆਦਾ ਹੱਥ ਖੜੇ ਹੋ ਗਏ ਤਾਂ ਉਸੇ ਵਕਤ ਉਸੇ ਥਾਂ ਤੇ पंचायत का फैसला रद्द हो जाएगा जी। सुप्रीम कोर्ट का कोई चैलेंज नहीं कर सकते, ऐसी बड़ी ताकत है। अपन दसिया ही नहीं, अपन पहले दसिया ही नहीं भी की होंगे। हुण बुलाउण लग गए लोग, असीं बुलाईए घर चों। मैं कल भी इधर दुआबे के पिंडां चों 40-50 पिंडां ने पंचायतां ने आके ग्राम सभा, हाँ कार्रवाई रजिस्टर च पाउणा हो, सरपंच के लैटर पैड ते पंचायत के लैटर पैड नहीं चलूगा, उन तो वीडियो भी रद्द कर दिंदा। कार्रवाई रजिस्टर च मता पै गया कि हाँ ये बिल नहीं आना चाहिए, साडे पिंड की ग्राम सभा इन्हां बिलां नूं कानूनां नूं रद्द कर दिए ते असीं अपने पिंड च लागू नहीं होण देणे। सुप्रीम कोर्ट तक कोई चैलेंज नहीं कर सकदा जी। तुसीं अपने पिंड बचा लो, ग्राम सभा बुला के पिंड बचा लो। जो सारे पंजाब ने मते पाते जाणगे कित्थे हो, आउणगे कित्थे हो? जिहड़े कहंदे ने हे आउणगे बड़े बड़े अरबपति। मैं तो यह भी कहा सी पार्लीमेंट च, मैं कहा तुसीं क्यों छेड़ी जांदे हो? पंजाब ते हरियाणे च MSP मिलती है, झोने ते कणक ते, नरमे ते मिलती नहीं, मक्की ते भी हैगी पर मिलती नहीं, बाजरे ते भी है, सूरजमुखी ते भी है पर मिलती नहीं, क्योंकि होर कोई है ही नहीं, सरकार खरीदती नहीं, वो मनमर्जी चलती है। तो वीरो मैनूं ये दस दो, मैं कहनी यार पंजाब ते हरियाणा बड़ा वधिया चली जांदा, तुसीं क्यों छेड़दे हो? तुसीं ऐ करो, जे बिल इन्नी क्रांतिकारी ने ये कानून तुसीं सारे मुल्क च पहले लागू करके क्रांति लिया दो, साल बाद असीं भी कहांगे हाँ जी इस क्रांति सानूं भी विच पा दो। नहीं, मारना तो पंजाब है बस, पंजाब ते हरियाणे ते नहीं गया बस। ਜਿਹੜੇ ਆਪਣੇ ਕੋਲ ਪ੍ਰਵਾਸੀ ਮਜ਼ਦੂਰ ਆਉਂਦੇ ਆ ਨਾ, ਝੋਤੀ ਲਾਉਣ ਜਾਂ ਕਣਕ ਵਢਾਉਣ,
अपने यूपी बिहार तो तुम पूछिए उन्होंने, वो भी जिमीदार ने उतों के, कोई 5 किलियां का मालिक है, कोई 10 किलियां का मालिक है, क्योंकि उत्थे मंडी सिस्टम ही है नहीं, उत्थे MSP है नहीं, इस करके दिहाड़ी करके नहीं होंगे। अपना भी याद करनगे। अस तो पहली भजी जाने आईलेट्स करके बाहर नूं भाजा पुत 7 बैंड लैके भाजा पुत साल भर सानू भी बुला ली, चलो बाहरले मुल्कां नूं क्यों बई असीं एडी गुरुआं दी चरण छोह प्राप्त धरती 150 मन दाने पैदा करने वाली धरती, एक साल च 90 मन जीरी 60 मन कणक पैदा करने वाली धरती छड़ के क्यों भजी जाने? थोड़ा कोई कसूर नहीं लोगों, तुसीं मेहनती हो, तुसीं सप्पां दे सिरे मिट के भी उगा लेने हो फसलां, ठीक है? धरती का कोई कसूर नहीं, जो धरती च बीज दिए उग जाता है। कसूर किहदा? जिहड़े लीडर मोए ला लिया आपां ना, उन्होंने अपने हक च कदे नहीं वोट पाई, आपां लखां वार उन्होंने हक च भुगत गए, वो अपने हक च कदे नहीं वोट दिया, वो अंदरों कमीशन लैके वो साइन कर आउंदे। डब्बियां का कोई कसूर नहीं हुंदा लोगों, डब्बे तो उधर ही जांदे जिधर इंजन लैके जांदा। हुण तुसीं इंजन ही 80 डब्बे साल पुराने लाई बैठे हो, करिए की हुण दसो? इंजन बदल लो, दिल्ली वाले ने इंजन बदल लिया, लेटेस्ट मॉडल का ला लिया केजरीवाल, वो चढ़ गई पानी से गड्डी। स्कूल है ਜਿਹੜੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਆਉਂਦੇ 99%, ਇੱਕ ਜੱਜ ਦਾ ਬੱਚਾ, ਇੱਕ DC ਦਾ ਬੱਚਾ ਤੇ ਇੱਕ ਰਿਕਸ਼ਾ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜ੍ਹਨ ਲੱਗੇ ਕੇਜਰੀਵਾਲ ਨੇ। ਇੱਥੇ ਸਰਕਾਰੀ ਸਕੂਲ ਬੰਦ ਕਰੀ ਜਾਂਦੇ, ਕਹਿੰਦੇ ਬੰਦ ਕਰ ਦਿਓ, ਸਿਰਫ ਮਿਡ ਡੇ ਮੀਲ ਚ ਦਲੀਆ ਖਵਾਉਣ ਵਾਸਤੇ ਰੱਖਿਆ, ਹੋਰ ਕੋਈ ਕੰਮ ਨਹੀਂ। ਮੈਨੂੰ ਇੱਕ ਆਇਆ, ਮੈਨੂੰ ਮਿਲਿਆ ਇੱਕ ਰੈਲੀ ਚ ਇੱਕ ਗਰੀਬ ਕਿਸਾਨ ਵਿਚਾਰਾ, ਕਹਿੰਦਾ ਯਾਰ ਸਾਡੀ ਤਾਂ ਪੁੱਤ कहानी पीढ़ी भी गई, ऐसा दिहाड़ियां आ रही हैं बस। मैं की हो गया? क्या साडा जवाक सरकारी स्कूल पढ़ते हैं? मैं की गल नंबर नहीं वधिया हो गए? नंबर की गल छड्ड के ने सन तां इह कह रखे स्कूल वालियां ने जवाकां नूं भी भाई कापी ते पेन तो मैं घरे भुल आया करो, कोई पंगा नहीं, पर कौली ते चमचा ना भुल गया करो। क्या उनका दलिया खवा के मोड़ दिंदे उत्थों। ते दिल्ली दे सरकारी स्कूलों दा रिजल्ट प्राइवेट नालों वधिया। दिल्ली दे विच इलाज बिल्कुल फ्री, 40 लाख के टेस्ट ने बिल्कुल फ्री। मैं भेजदा नहीं दिल्ली तो हर रोज, इत्थों लोगों को दिल्ली मैं भेजदा नहीं कि जी साडा पंजाब दा भी कर दिया करो, कहंदे कोई गल नहीं असीं करा रखिया फ्री। ते इत्थे क्यों नहीं हो सकदा भी हो फ्री? बिजली आ तुसीं बैठे हो, सब तो दुख दी गल है पंजाब दी बिजली, बिजली दे भाव। दिल्ली दे विच 32 लाख घरां नूं 0 बिल आउंदा है, बाकी जे किसी नूं आउंदा भी 2 रुपए यूनिट है, 200-400 रुपए दी सर जांदा बस, ठीक है? इत्थे पुछ लो 2 बल्ब 1 पखा कितना बिल है जी? 57,825 चको जी, कोई भाई नहीं पता की है कि ना? 60,000 के बिल थोड़े कोले। दिल्ली बिजली खरीदती है, बिजली आप नहीं पैदा करती, वो सस्ती दे जाता सारे मुल्क नूं। इत्थे असीं बिजली बनाउणे आ ते असीं सारे मुल्क तो महंगी क्यों जी? क्योंकि कर लिया ना सबके उत्ते कर ले प्राइवेट कंपनियां नाल, बठिंडे वाला बंद करता, प्राइवेट तो 11 रुपये लेनी ही पऊगी जी। समझौते किए ने सुखबीर बादल ने प्राइवेट थर्मल प्लांटां नाल कि भावें बिजली ना लो तां भी तुहानूं इन्ने पैसे देने ही पैणगे। कही जाने असीं बिना बिजली लए भी, ते हुण कहंदे आ कि कोला खत्म होने वाला, हनेरा हो जू। मैं क्या तुसीं कोले नूं साडी जमीन खत्म होनी, सानूं तां दिख लेगा कि कोई हनेरे दी गल करदे हो। सो वीरो बिजली बिना असीं रहना जानते हैं, दीवियां च लालटैनां च पड़े हुए हैं, बिजली बिना तो जिंदगी लग जूगी। पर जे चूल्हे च अग ना मची, जे कणक ना आई घरे, फिर दुध ना आया, जवाकां वास्ते सब्जियां ते फल ना आए, फिर किवें रवांगे? तुसीं प्रधानमंत्री नाल गल करो, कैप्टन अमरिंदर सिंह किसानां नूं कही जांदा कि रेलवे लाइनां तो उठ खड़ो जी, मैं अपील करदा। तू किसानां नूं क्यों कही? प्रधानमंत्री नूं कह कि उन्हां नाल गल करन। क्यों बैठे ने? कोई फोटो खिचाने वास्ते बैठे ने? आ फसल का जो सीजन है तो हूँ तो खेतों में चाहिए सी, सड़कों पर बैठे आ, वो बैठे उत्ते रेलवे लाइनां ते कुछ उन्होंने कोई अखबारों में फोटो छपाउण दा चाह, किसी गल नहीं बैठे हैं। कली बीजेपी इंटैलीजेंट है बस कि बिल बहुत वधिया ने, बाकी सारी किसान दुनिया के जो खेतीबाड़ी के माहर ने वो कमले ने, उन्होंने पता नहीं लग रहा भी की है। सब इन्हों के चालां ने भी एक बार लागू करिए, पर ऐ नहीं जी। ऐसा ना मोदी, मैं ज्यादा टाइम तक ले रहा मैं भाई खालसा भाई करके हाँ लंघ जूंगा, तुम लेट तो नहीं होंगे? दस दो वीरो मोदी नूं ऐ लग्या कि तू पहला मैं कानून कई पास किए ने, थोड़ा जिहा रौला पैंदा
लाठी चार्जा कर दो, अथरू कहते बोले कर्फ्यू लगाओ, बस लोग भुल जाते। नोटबंदी है जी, NRC, जिन्हें GST, जिन्हें बिल लियाते इन्होंने दबले लोग, पर इन्हें नहीं पता सी कि की पंगा पंजाब नाल पऊगा। वो पंजाबी ने जिन्होंने सिकंदर रोक लिया सी, जिद्दां ही आउंदा सी कल्ला सिकंदर पंजाब ने रोकिया सी, ते ओह ने सो वीरो पंजाब जम्मिया नूं नित मुहिमां साडे बुजुर्ग दो बारी लड़ते रहे। साडे पुरखे धाड़वियां नाल जेड़े दिल्ली लुटण आउंदे सी, तेरा दिल्ली जांदियां नाल तेरा वापस दिल्ली आउंदियां दो बारी लड़ते रहे। साडे जेड़ा ना खून च बगावत है। साडे पंजाब दे विच साडे गुरुआं ने सानू मजलूमां दे हक च खड़न दी सिक्ख्या दित्ती हुई है कि हाँ यार नहीं इस तरह लंगर साडा 20 रुपये वाला चलदा जिथे मर्जी लग ओहदे मुकना थोड़ी है। सो वीरो छोटे हक ने ग्राम सभा अपने पिंड की बुलाओ, कोई चाहिए जानकारी साडे किसी वलंटियर नाल जां अहदेदार नाल गल कर लो, जानकारी देवांगे। ते नाल दी नाल ये है इन्हां नूं देखी जाओ हुण भी करदे की है। हुण नहीं निकलने बाहर है, तुसीं देख लो की हाल होया पिया। हजे थोड़ी जी कुर्सी गई है, घबराए पे ने, मूंह तो पता लग जाता है, ठीक है ना, कुछ नहीं पता। अच्छा एक होर मैनूं समझ नहीं आउंदी, जो हरेक महकमे च रिटायरमेंट है। देखो पंजाब के सरकारी मुलाजम 58 साल के रिटायर हो जाते, सेंटर वाले 60 के हो जाते। यार आ राजनीति च रिटायरमेंट ही नहीं है, हटते ही नहीं यार। लोग जो कहने लगते हैं बस का फेर भी नहीं हटते यार। बड़ेवाल साहब मेरी कोई उन्होंने निजी रंजिश नहीं है, 5 बारी मुख्यमंत्री बना दिया लोगों ने, ठीक है। ਹੁਣ ਤੁਸੀਂ ਉੱਤੇ ਜਾ ਕੇ ਤਾਸ਼ ਨੂੰ ਖੇਡੋ ਬਜ਼ੁਰਗਾਂ ਨਾਲ, 4 ਸਿਕਿਉਰਿਟੀ ਵਾਲੇ ਇੱਕਲੋਂ ਫੜ ਕੇ ਲਿਆਉਂਦੇ ਆ, 4 ਨੇ ਜਿਹੜੀ ਮਾਂ ਫੜੀ ਹੁੰਦੀ ਆ ਐਂ ਲਿਜਾ ਕੇ ਧਰ ਦਿੰਦੇ ਆ ਸਟੇਜ ਤੇ, ਜਾਣ ਸਾਰ ਕਹਿੰਦੇ ਆ ਇੱਕ ਮੌਕਾ ਹੋਰ ਦਿਓ ਸੇਵਾ ਕਰਾਂਗੇ। ਉਹ ਮੈਂ ਕਿਹਾ ਤੇਰਾ ਸੇਵਾ ਕਰਾਉਣ ਦਾ ਟਾਈਮ ਆਓ ਬਾਬਾ, ਉਹ ਬੱਸ ਕਰੋ, ਨਵੇਂ ਜਵਾਕਾਂ ਨੂੰ ਕੁਝ ਕਰ ਲੈਣ ਦੇ ਸਾਨੂੰ ਇਹ ਬੱਸ ਕਰ ਰਿਟਾਇਰ ਹੋ ਜਾ, ਤੇਰੇ ਹਾਣ ਦੇ ਦਰਖਤ ਵੀ ਸੁੱਕ ਗਏ ਪੰਜਾਬ ਚੋਂ, ਕਰ ਲੈਣ ਦੇ ਕੁਝ ਨਵੀਂ ਗੱਲ, ਜਵਾਕਾਂ ਨਵੇਂ ਖੂਨ ਨੂੰ ਆ ਲੈਣ ਦੇ ਮੂਰੇ। ਪਿੱਪਲ ਦਾ ਪੱਤਿਆ ਵੇ ਕਾਦੀ ਖੜ 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 ਲਾਈ ਹੈ, ਅੱਤ ਚੜ ਕੇ ਪੁਰਾਣੇ ਬਾਦਲ ਸਾਹਿਬ ਰੁੱਤ ਨਵਿਆਂ ਦੀ ਆਈ ਹੈ। ਛੋਟਾ ਟਾਈਮ ਆਊਗਾ, ਲੋਕਾਂ ਦਾ ਟਾਈਮ ਆਊਗਾ। ਹੁਣ ਬਥੇਰੀਆਂ ਗਰਾਮੀਆਂ ਚੱਲ ਰਹੀਆਂ ਇਹਨਾਂ ਦੀਆਂ, ਉੱਠਣਾ ਪਊਗਾ। ਬਹੁਤ ਹੋ ਗਿਆ, ਬੜੀਆਂ ਇਹਨਾਂ ਦੀਆਂ ਖੂਹਾਂ ਭਰਤੇ ਖੂਹ ਇਹਨਾਂ ਦੇ ਵੋਟਾਂ ਪਾ ਪਾ ਕੇ। ਵੀਰੋ मैं पहला भी दसदा हुन्ना, अज भी मैनूं कुछ बंदे ने कहा कहंदे बोल दिओ, जो नवां जित्ता ना 14 च मैं संगरूर तो, तां मैं किते जांदा सी, ताश खेडी जांदी सी बजुर्ग, मैं चल जा आपां हैगा तां घंटा सासी का बुला लें। उन्होंने पता नहीं सी मैं आउणा, मैं जाके बैठा सोच जी बजुर्ग को सासी का, पहले तो हैरान ही हो गए, MP मैं हाँ आई, मैं हाँ आई, मैं हाँ आई आ सकता, हाँ आ सकता। जो चाह पानी मंगवाने लगे, एक 70-75 साल का बुजुर्ग मेरे मोढे ते हाथ दे रहे हैं, हाथ लगते लोग देखे होंगे अखां च पानी सी, अखां दे सिलियां हुई पईयां सी, गिलियां सी। मैं क्या बुजुर्गों में कोई गलती होगी मैं माफी मांग लेना, तुसीं अखां क्यों गिलियां कर रखियां। यह जी गल कही उस बुजुर्ग ने, कालजा चीर के लंघ गई मेरा, मैंने बहुत गुस्सा आया ना लीडर से। मैं यार वोटा पा पा के खूह भरते इन्होंने आस से ला देंगे सामने। वो बुजुर्ग मैंने कहता पुत्र तेरा कसूर नहीं, तू काहनूं माफी मंगनी है। आ हथरू जो कहना ये सोच के आ गए, कहना इन्होंने हाथों नाल वोटा पा पा के बहुत MP बनाए है, पर अपने हथी बनाए हुए किसी MP नूं आप हाथ ला के अज पहली बार देख। इन्ना तरसाते लोग, इन्ना तरसाते लोग नेड़े नहीं लगन देंगे, गनमैन नहीं लगन देंगे नेड़े। गनमैन तो लंघे थोड़े पिंड 1000 पशु पूरे ना बसे बसे ਉਹਨੂੰ ਆਪਦਾ ਬਾਲ ਮਾਰੀ ਜਾਂਦਾ ਕਿ ਮੇਰੇ ਬੰਦੇ ਦਾ ਕੁਝ। ਸੋ ਵੀਰੋ ਇਹਨਾਂ ਨੇ
हथ बनने लोगों के वोटों में बाद पौने 5 साल लोग हथ बनी जाते मिलता है नहीं मिलता। वीरो आप मालक बनो, पिंडां दे आप मालक बनो, अपने कस्बियां दे शहरां दे आप मालक बनो, अपने सूबे दे आप मालक बनो, तुसी मालक हो। कहने राज नहीं सेवा ले ये किहड़ी सेवा जिहड़ी वोटां राहीं मसां जमानतां जब्त करा के सेवा तो खड़ा छुड़ाउणा पैंदा ये किहड़ी सेवा। सो सब ये आपस दे विच रले हुए ने और इन्हां दा कोई इन्हां दा हजे भी नहीं पता 2 महीने बाद फिर सौं चुकी जांदी होवे हरसिमरत कौर भी हुण असीं ठीक करता जी किसानां वाला तां खिलाफ बनूगा चलो जी लै लो दुआरे मसां। मैं कहा जी कुर्सी वास्ते भावें प्रधान नाल समझौता करना पे बादल हटदा नहीं करूंगा बिल्कुल। सो वीरो आ गल कहने वास्ते तुहाडे कोल आया कि बेउमीदे ना होयो कि कानून बन गया हुण तां ना पत्ते ना 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 बड़े बड़े कानून लोगों ने वापस कराए ने बड़े बड़े कानून। सुजीत पात्र का शेर है की होया जे पतझड़ आई तू अगली रुत विच यकीन रखी मैं लभ के लिया कि तो कलमा तू फुल्लां जोगी जमीन रखी कलमे तो भाल लांगे पर जमीन रखी है कोई फुल्लां जोगी जमीन तो रह जाए कोई क्या नहीं तो बचे। सो वीरो जदों आप बिल कानून लागू हो गया फिर कोई बापू अपने पुत नूं ये नहीं कहूगा जो शहर जाना आउंदा होया तेलू राम दे बीआं दी हट्टी तो बरसीन दा ते गाजरां मूलियां छालियां फड़ लई थोड़े जो थोड़े को जमीन ही नहीं करता बरसीन बीजण फिर तेलू राम दी दुकान बंद होगी फिर बरसीन नहीं है तो फिर डंगर है नहीं मतलब डंगर नहीं है तो खाल वाले दुकान भी बंद हो खाल के थोड़ी होनी फिर पकड़े बातें होनी हो। तो सारा जुड़िया हुआ सिस्टम है। इस करके मैं कहना असीं कल नूं दिल्ली जाना जंतर मंतर ते जिन्हें भी थोड़े दोस्त मित्र ने कोई नेड़े तेड़े रहंदे ने उन्होंने दसो कि दिल्ली उत्थों कंधां हिलणगीआं ਇਹਦੇ ਅਸਤੀਫੇ ਸਤੂਫੇ ਨਾਲ ਕੋਈ ਗੱਲ ਨਹੀਂ। ਜਦੋਂ ਕਿਹਾ ਨਾ ਨੇ ਆ ਕੇ ਇੱਥੇ ਤਰਵੰਡੀ ਸਾਹਿਬ ਕਹਿੰਦਾ ਅਸਤੀਫਾ ਦੇ ਕੇ ਦਿੱਲੀ ਦੀਆਂ ਕੰਧਾਂ ਹਲਾਇਆ ਉੱਥੇ ਸਾਡਾ ਘਰ ਮੈਂ ਕਿਹਾ ਆਪਣੇ ਵਾਲੇ ਨੂੰ ਚੈੱਕ ਕਰਾਓ ਕੋਈ ਡੇਢ ਦੂਰ ਤਾਂ ਨਹੀਂ ਆਈ ਦੱਸ ਕੰਧਾਂ ਹਲਾਇਆ ਕੱਖ ਨਹੀਂ ਪਤਾ ਇਹਨੂੰ ਪੰਜਾਬੀ ਨਹੀਂ ਆਉਂਦੀ ਸਨਾਵਰ ਚ ਬੜਿਆ ਸੁਖਬੀਰ ਬਾਦਲ ਫਿਰ ਪਿੰਡਾਂ ਚ ਆਏ ਹੁੰਦਾ ਜੇ ਪੰਜਾਬੀ ਆਉਂਦੀ ਹੁੰਦੀ ਤਾਂ ਐਵੇਂ 3-4 ਵਾਰੀ ਸਟੇਜ ਤੋਂ ਕਹਿ ਗਿਆ ਵੱਡੇ ਬਾਦਲ ਨੂੰ ਵੀ ਮੇਰੇ ਬੇਟਾ ਸਮਾਨ ਹੈ ਉਹਨੂੰ ਖੜਾ ਹੋ ਕੇ ਕਹਿਣਾ ਕੋਈ ਸਮਾਨ ਨਹੀਂ ਉਹ ਬੇਟੀਆਂ पता ही क्या करेगा पता नहीं है कुछ क्योंकि कदे रहे नहीं ना धरती के ग्राउंड ते नहीं रहे धरती नाल जुड़े हुए नहीं सिर्फ वोटां नाल जुड़े हुए ने सिर्फ आपदे बड़े होटलां ढाबियां बसां नाल जुड़े हुए ने ये लोकां नाल नहीं जुड़े हुए। की कहंदे बाल साहब मेरे बारे भगवंत मान तां मैं तुहाडे बर्थ सर्टिफिकेट ते पई लिखिया होया सी मुख मंत्री ना मैं सुखबीर बादल ना जमदा ही कीती सी मैं कुछ तजर्बा हुंदा हौली हौली सिख जांदे आ साइकिल एक दिन थोड़ी सिखाया जांदा पहला कैंची फिर डंडा फिर अद्धी कैंची फिर काठी ते फिर आउणे आ पर घट्टो घट्ट कहना तैनूं की पता है मैं कहा जी मैनूं बाल साहब बिल्कुल सही गल है मैनूं बिल्कुल नहीं पता सौं लगे मैनूं भी लोकां ने बसां किवें दब्बी दियां ने मैनू नहीं पता ढाबे हिस्सा किवें पाई है मैनू नहीं पता चिट्टे नाल नौजवानों जवानी नूं खत्म करके साडियां धीआं भैणां दीआं चुन्नियां रंगलियां चुन्नियां दे रंग चिट्टे किवें करीदे मैनू नहीं पता। हाँ मैनू इन्ना पता है भी लोक सभा च लोकां वास्ते किवें खड़ीदा है लोक सभा विधान सभा च लोकां वास्ते किवें बोलीदा है लोकां दे हक्कां वास्ते किवें बोलीदा है और ਜਿਹੜੀਆਂ ਤੁਹਾਨੂੰ ਨੌਲੇਜਾਂ ਨੇ ਜਿਹੜੀਆਂ ਤੁਹਾਨੂੰ ਜਾਣਕਾਰੀ ਨੇ ਤੁਸੀਂ ਆਪਣੇ ਕੋਲ ਰੱਖੋ ਪਰਮਾਤਮਾ ਕਰੇ ਸਾਨੂੰ ਪਤਾ ਵੀ ਨਾ ਲੱਗੇ ਯਾਰ ਇਹ ਜਿਹੀ ਗੱਲਾਂ 2 ਰੋਟੀਆਂ ਖਾਣੀਆਂ ਯਾਰ ਕਿਹੜੀ ਗੱਲ ਹੈ ਕਿਤੇ ਲੈ ਜਾਣਾ ਜਿੰਨੇ ਮਰਜ਼ੀ ਇਕੱਠੇ ਕਰ ਲੋ पैसे हीरे मोती मगर ख्याल इतना रहे कफन पे जेब नहीं होती सब कुछ इत्थे रह जाता है जी की ले जाओगे ना क्यों बदवा लेने गरीबां दी क्यों गरीबां दी बदवा लेने सो वीरो ये लोग जेड़े ने इन लोकां च परमात्मा बसदा है लोकां ने दसता देखो बेअदबी होई गुरु साहब दी बरगाड़ी मैं उदों ही कहता सी मैं कहा ना किसान मारदा ना लत मारदा रब जदों मारदा मत मारदा हुण सारे कबड्डी मत बजी गई है जेड़ा प्रोग्राम दिंदे उल्टा ही पैंदा ते आप भी अरदास करके आए सी दरबार साहब कि जिन्हां ने बेअदबी कराई उन्हां दा कख ना रहे अरदास सुनेगी उहदे घर दी दे थोड़ी है आहो देखो तुसीं हुंदा की
ਸੋ ਵੀਰੋ ਕਿਸਾਨਾਂ ਦੇ ਸੰਘਰਸ਼ 'ਚ ਸਾਥ ਦੇਣਾ ਹੈ। ਉਹ ਜਥੇਬੰਦੀਆਂ ਜੋ ਵੀ ਪ੍ਰੋਗਰਾਮ ਦੇਣਗੀਆਂ ਉਹਨਾਂ ਦੇ ਪ੍ਰੋਗਰਾਮ ਨੂੰ ਮਾਠਾ ਪਾਉਣ ਲਈ ਨਹੀਂ, ਉਹਨਾਂ ਦੇ ਪ੍ਰੋਗਰਾਮ ਨੂੰ ਹੋਰ ਤੇਜ਼ ਕਰਨ ਲਈ ਆਪਣੀ ਸਹਾਇਤਾ ਕਰਨੀ ਹੈ। ਜਵਾਕਾਂ ਨੂੰ ਨਾਲ ਲੈ ਕੇ ਜਾਓ, ਚੁੱਲ੍ਹਿਆਂ ਦੀ ਅੱਗ ਬਚਾਉਣੀ ਹੈ। ਜੇ ਚੁੱਲ੍ਹਿਆਂ ਦੀ ਅੱਗ ਬਚੂਗੀ ਤਾਂ ਗਿੱਧੇ ਭੰਗੜੇ ਪੈਣਗੇ। ਪਰ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਕਿ ਸਾਡੇ ਕੋਲੇ ਉਹ ਸੱਚੀ ਨੀਤ ਹੈਗੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਉਹੀ ਗਿੱਧੇ ਭੰਗੜੇ ਪੈਣ ਵਾਲਾ ਰੰਗਲਾ ਪੰਜਾਬ ਤੁਹਾਨੂੰ ਇੱਥੇ ਬਣਾ ਕੇ ਦਿਖਾਵਾਂਗੇ। ਆਪਾਂ ਨੂੰ ਬੇਉਮੀਦੇ ਹੋਣ ਦੀ ਲੋੜ ਨਹੀਂ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਅਰੇ ਲਾ ਦਿਓ, ਇਨਕਲਾਬ ਇਨਕਲਾਬ ਬੋਲੇ ਸੋ ਨਿਹਾਲ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ, ਬਹੁਤ ਬਹੁਤ ਮਿਹਰਬਾਨੀ। ਹੌਲੀ ਜਾਇਓ, ਆਰਾਮ ਨਾਲ ਜਾਇਓ। ਇਨਕਲਾਬ ਦੋਸਤੋ, ਜੰਤਰ ਮੰਤਰ ਵਿਖੇ ਅੱਜ ਤੁਸੀਂ ਆਪਣੇ ਚੁੱਲ੍ਹਿਆਂ ਦੀ ਅੱਗ ਬਚਾਉਣ ਲਈ, ਮੋਦੀ ਸਰਕਾਰ ਦੇ ਕੰਨ ਖੋਲਣ ਲਈ, ਆਪਣੇ ਬੱਚਿਆਂ ਦੀ ਭੁੱਖ ਤੇ ਭਵਿੱਖ ਦੀ ਚਿੰਤਾ ਲੈ ਕੇ ਇੱਥੇ ਪਹੁੰਚੇ ਹੋ। ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇਦਾਰ ਸਾਹਿਬਾਨ, ਦਿੱਲੀ ਦੇ ਪ੍ਰਦੇਸ਼ ਪ੍ਰਧਾਨ ਗੋਪਾਲ ਰਾਏ ਜੀ ਖੇਤੀ ਮੰਤਰੀ ਵੀ ਨੇ, ਸੰਜੇ ਸਿੰਘ ਜੀ ਗੁप्ता ਜੀ ਸਾਡੇ ਰਾਜ ਸਭਾ ਦੇ ਮੈਂਬਰ ਨੇ, ਗੌਤਮ ਜੀ ਸਮਾਜ ਕਲਿਆਣ ਮਿਨਿਸਟਰ ਨੇ, ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸਾਰੇ ਐਮਐਲਏ ਸਾਹਿਬਾਨ, ਅਹੁਦੇਦਾਰ ਸਾਹਿਬਾਨ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਆਪਾਂ ਤਾਂ 5 ਜੂਨ ਤੋਂ ਹੀ ਵਿਰੋਧ ਕਰਦੇ ਆ ਰਹੇ ਹਾਂ, ਜਿਸ ਦਿਨ ਇਹ ਬਿੱਲ ਕੈਬਨਿਟ ਦੇ ਵਿੱਚ ਆਏ ਸੀ ਆਰਡੀਨੈਂਸ ਦੇ ਰੂਪ ਦੇ ਵਿੱਚ। ਵੀਰੋ, ਇਹ ਦੋਨੇ ਪਾਰਟੀਆਂ, ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ, ਇਹ ਦੋਨੇ ਪਾਰਟੀਆਂ ਅੰਦਰੋਂ ਕੁਝ ਹੋਰ ਕਹਿੰਦੀਆਂ ਨੇ, ਬਾਹਰ ਆ ਕੇ ਕੁਝ ਹੋਰ ਕਹਿੰਦੀਆਂ ਨੇ। ਇਸ ਕਰਕੇ ਇਹਨਾਂ ਦਾ ਜਿਹੜਾ ਝੂਠ ਹੈ, ਇਹਨਾਂ ਜਿਹੜਾ ਅਸਲੀ ਚਿਹਰਾ ਉਹ ਨੰਗਾ ਹੋ ਗਿਆ। ਅੱਜ ਦਾ ਕਿਸਾਨ ਜਿਹੜਾ ਉਹ ਇਕੱਲੇ ਖੇਤਾਂ 'ਚ ਨਹੀਂ, ਅੱਜ ਦੇ ਕਿਸਾਨ ਦਾ ਪੁੱਤ ਜਿਹੜਾ ਉਹ ਟੈਕਨੋਲੋਜੀ ਨਾਲ ਜੁੜਿਆ ਹੋਇਆ ਹੈ। WhatsApp ਦਾ ਜ਼ਮਾਨਾ ਹੈ, Instagram ਦਾ ਜ਼ਮਾਨਾ ਹੈ, Facebook ਦਾ ਜ਼ਮਾਨਾ ਹੈ। ਵੀਰੋ, ਹੁਣ ਗੱਲ ਲੁਕਦੀ ਨਹੀਂ ਕਿ ਪਾਰਲੀਮੈਂਟ ਦੇ ਅੰਦਰ ਕੁਝ ਹੋਰ ਕਹਿ ਦੋਗੇ, ਬਾਹਰ ਜਾ ਕੇ ਲੋਕਾਂ ਨੂੰ ਕੁਝ ਹੋਰ ਕਹਿ ਦੋਗੇ। ਵੀਰੋ, ਇੱਕ ਜ਼ੁਲਮ ਕਰਦੀ ਹੈ, ਇੱਕ ਜ਼ੁਲਮ ਨੂੰ ਰੋਕਦੀ ਹੈ। ਤਲਵਾਰ 'ਚ ਫਰਕ ਹੁੰਦਾ ਹੈ। ਇੱਕ ਜ਼ੁਲਮ ਕਰਦੀ ਹੈ, ਇੱਕ ਜ਼ੁਲਮ ਨੂੰ ਰੋਕਦੀ ਹੈ। ਤਲਵਾਰ 'ਚ ਫਰਕ ਹੁੰਦਾ ਹੈ। ਇੱਕ ਵਿਕ ਕੇ ਛਪਦਾ ਹੈ, ਇੱਕ ਛਪ ਕੇ ਵਿਕਦਾ ਹੈ। ਅਖਬਾਰ 'ਚ ਫਰਕ ਹੁੰਦਾ ਹੈ। ਇੱਕ ਦੇ ਉੱਪਰੋਂ ਬਾਹਰ ਦਿੱਤਾ ਜਾਂਦਾ ਹੈ, ਇੱਕ ਕੌਮ ਦੇ ਉੱਪਰੋਂ ਬਾਹਰ ਦਿੱਤਾ ਜਾਂਦਾ ਹੈ, ਇੱਕ ਦੇ ਉੱਪਰੋਂ ਕੌਮ ਹੀ ਬਾਹਰ ਦਿੱਤੀ ਜਾਂਦੀ ਹੈ। ਪਰਿਵਾਰ 'ਚ ਫਰਕ ਹੁੰਦਾ ਹੈ। ਇੱਕ ਹੱਕਾਂ ਲਈ ਲੜਦਾ ਹੈ, ਇੱਕ ਆਪਣੇ ਹਿੱਤਾਂ ਲਈ ਲੋਕਾਂ ਨੂੰ ਲੜਾਉਂਦਾ ਹੈ। ਸਰਦਾਰ 'ਚ ਫਰਕ ਹੁੰਦਾ ਹੈ। ਸੋ ਵੀਰੋ, ਇਹਨਾਂ ਤੇ ਯਕੀਨ ਨਾ ਕਰਿਓ। ਆਮ ਆਦਮੀ ਪਾਰਟੀ ਪਹਿਲੇ ਦਿਨੋਂ ਕਿਸਾਨਾਂ ਦੇ ਨਾਲ ਹੈ। ਅਸੀਂ ਕਿਸਾਨ ਯੂਨੀਅਨਾਂ ਜਿਹੜੀਆਂ ਨੇ, ਉਹਨਾਂ ਦੇ ਕਿਸੇ ਵੀ ਪ੍ਰੋਗਰਾਮ ਦਾ ਉਹਨਾਂ ਦੇ ਬਰਾਬਰ ਪ੍ਰੋਗਰਾਮ ਨਹੀਂ ਰੱਖਦੇ। ਅਸੀਂ ਉਹਨਾਂ ਦਾ ਸਾਥ ਦਿੰਦੇ ਹਾਂ। ਮੈਂ ਪੰਜਾਬ ਦਾ ਪ੍ਰਧਾਨ ਹਾਂ। ਮੈਂ ਆਪਣੇ ਵਲੰਟੀਅਰਾਂ ਨੂੰ, ਅਹੁਦੇਦਾਰਾਂ ਨੂੰ ਕਿਹਾ ਹੋਇਆ ਕਿ ਕੋਈ ਪਾਰਟੀ ਦਾ ਝੰਡਾ ਵੀ ਨਹੀਂ ਲੈ ਕੇ ਜਾਇਓ, ਕੋਈ ਪੱਗ ਦੇ ਉੱਤੇ ਪੱਟੀ ਨਾ ਬੰਨਿਓ, ਪਾਰਟੀ ਦੇ ਝਾੜੂ ਚੋਣ ਨਿਸ਼ਾਨ ਵਾਲੀ, ਕੋਈ ਘਰ ਦੇ ਵਿੱਚ ਸਰਪੱਲੂ ਨਾ ਪਾਇਓ। ਸਿਰਫ ਕਿਸਾਨ ਬਣ ਕੇ, ਉਹਦਾ ਪੁੱਤ ਬਣ ਕੇ, ਭਤੀਜਾ ਬਣ ਕੇ ਉਹਨਾਂ ਦੇ ਯੂਨੀਅਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਉਹਨਾਂ ਦਾ ਸਾਥ ਦਿਓ। ਜੇ ਲੋਕ ਹੀ ਨਾ ਰਹੇ, ਰਾਜਨੀਤੀ ਕਿਤੇ ਕਰੋਗੇ? ਸੋ ਪੰਜਾਬ ਦੇ ਲੋਕ ਇਹ ਸਮਝ ਚੁੱਕੇ ਨੇ। ਕੱਲ ਮੈਂ ਮੁਕਤਸਰ ਦੇ ਵਿੱਚ ਭਲਾਈਆਣਾ ਵਿਖੇ ਕਿਸਾਨ ਸਭਾ ਨੂੰ ਸੰਬੋਧਨ ਕਰਕੇ ਆਇਆ। ਵੀਰੋ, ਅੱਜ ਦੇ ਮਹਾਮਾਰੀ ਦੇ ਯੁੱਗ ਵਿੱਚ ਜਿੱਥੇ ਲੋਕ ਆਪਦਾ ਪਰਿਵਾਰ ਵੀ ਇਕੱਠੇ ਹੋਣ ਡਰਦਾ ਹੈ, ਕੱਲ 10,000 ਤੋਂ ਜ਼ਿਆਦਾ ਲੋਕ ਜਿਹੜੇ ਨੇ ਆਪਣੇ ਸਾਧਨਾਂ ਤੇ ਪਹੁੰਚੇ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਲੋਕ ਆਮ ਆਦਮੀ ਪਾਰਟੀ ਦੇ ਇਸ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਗ੍ਰਾਮ ਸਭਾਵਾਂ ਦੇ ਮਤੇ ਪਵਾ ਰਹੇ ਆ, ਲੀਗਲ ਡਾਕੂਮੈਂਟ ਬਣੂਗਾ ਉਹ। ਕੱਲ ਨੂੰ ਕੋਰਟਾਂ ਦੇ ਵਿੱਚ ਆਉਂਗੇ ਤਾਂ ਗ੍ਰਾਮ ਸਭਾ ਦੇ ਮਤੇ ਨੂੰ ਸੁਪਰੀਮ ਕੋਰਟ ਜਿਹੜੀ ਆ ਉਹ ਕੰਸੀਡਰ ਕਰਦੀ ਹੈ। ਸੋ ਵੀਰੋ, ਅੱਜ ਤੁਹਾਡਾ ਤੁਸੀਂ ਔਖੇ ਹੋ ਕੇ ਆਏ ਹੋ, ਹਜੇ ਕਈ ਪਹੁੰਚੇ ਵੀ ਨਹੀਂ, ਉਹਨਾਂ ਨੂੰ ਬਾਰਡਰਾਂ ਤੇ ਰੋਕਿਆ ਗਿਆ। ਤੁਸੀਂ ਕੋਈ ਰਾਤ ਨੂੰ ਚੱਲਿਆ, ਏਦਾਂ ਲੱਗਦਾ ਜਿਵੇਂ ਆਪਾਂ ਕੋਈ ਡਾਕੇ ਮਾਰਨ ਜਾਂ ਦਿੱਲੀ ਲੁੱਟਣ ਆਏ ਹੋਈਏ। ਅਸੀਂ ਦਿੱਲੀ ਲੁੱਟਣ ਨਹੀਂ ਜੀ, ਅਸੀਂ ਆਪਣੇ ਘਰ ਬਚਾਉਣ ਆਏ ਆ, ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਆਏ ਆ। ਅਸੀਂ ਉਹ ਪੰਜਾਬੀ ਆ,
ਸਾਡੇ ਪੁਰਖਿਆਂ ਨੂੰ ਜਿਹੜੇ ਦਿੱਲੀ ਨੂੰ ਲੁੱਟਣ ਲਈ ਧਾੜ ਵੀ ਆਉਂਦੇ ਸੀ ਉਹਨਾਂ ਨਾਲ ਦੋ ਵਾਰੀ ਲੜਨਾ ਪੈਂਦਾ ਸੀ। ਇੱਕ ਵਾਰੀ ਜਦੋਂ ਦਿੱਲੀ ਨੂੰ ਜਾਂਦੇ ਸੀ, ਇੱਕ ਵਾਰੀ ਜਦੋਂ ਦਿੱਲੀ ਲੁੱਟ ਕੇ ਵਾਪਸ ਜਾਂਦੇ ਸੀ। ਸੋ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਗਰੀਬਾਂ ਦੇ ਨਾਲ ਮਜ਼ਲੂਮਾਂ ਦੇ ਨਾਲ ਖੜੀਦਾ ਹੈ। ਇਹ ਕੱਲਾ ਕਿਸਾਨ ਵਿਰੋਧੀ ਬਿੱਲ ਨਹੀਂ, ਇਹ ਲੋਕ ਵਿਰੋਧੀ ਬਿੱਲ ਹੈ। ਕਿਸਾਨੀ ਦੇ ਨਾਲ ਜੁੜੇ ਹੋਏ ਹਰ ਕਿੱਤੇ ਪ੍ਰਭਾਵਿਤ ਹੋਣਗੇ। ਖੇਤ ਮਜ਼ਦੂਰ ਬੇਰੁਜ਼ਗਾਰ ਹੋ ਜਾਊਗਾ, ਪੱਲੇਦਾਰ, ਆੜਤੀਏ, ਉਹਨਾਂ ਦੇ ਮਨੀਮ, ਟਰਾਂਸਪੋਰਟਰ, ਟਰੈਕਟਰ ਇੰਡਸਟਰੀ, ਸਪੇਅਰ ਪਾਰਟ ਵਾਲੇ ਸਾਰੇ ਬੇਕਾਰ ਹੋ ਜਾਣਗੇ ਵੀਰੋ। ਮਿਸਤਰੀ, ਪੈਂਚਰਾਂ ਵਾਲੇ, ਕਰੋੜਾਂ ਲੋਕ ਜਿਹੜੇ ਨੇ ਉਹ ਬੇਰੁਜ਼ਗਾਰ ਹੋਣਗੇ। ਕੀ ਫਾਇਦਾ ਕਿਹਨੂੰ ਹੋਊਗਾ? ਕੱਲੇ ਪੂੰਜੀਪਤੀਆਂ ਨੂੰ। ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਮੋਦੀ ਜੀ ਕਾਲੀ ਖਾਲੀ ਦੇ ਵਿੱਚ ਕਿਸ ਤਰ੍ਹਾਂ ਤਾਨਾਸ਼ਾਹੀ ਨਾਲ, ਸੰਜੇ ਸਿੰਘ ਜੀ ਬੈਠੇ ਆ, ਕਿਸ ਤਰ੍ਹਾਂ ਇਹਨਾਂ ਨੂੰ ਮਾਨਸਰਾ ਨੇ ਚੱਕ ਕੇ ਬਾਹਰ ਸੁੱਟਿਆ ਤੇ ਕਿਸ ਤਰ੍ਹਾਂ ਧੱਕੇ ਦੇ ਨਾਲ ਬਿੱਲ ਪਾਸ ਕੀਤੇ। ਇੱਥੋਂ ਇਹ ਪਤਾ लगता है कि जो बीजेपी है ये लोकतंत्र की हत्यारी है। लोकतंत्र की हत्या की है बीजेपी ने। मैं तुसी सारे वर्गों तो आए हो थे, मैं थोनू फिर कहूंगा कि लंबे सफर को मीलों में मत बांटिए, कौम को कबीलों में मत बांटिए। एक बहता दरिया है मेरा भारत देश, इसको नदियों और झीलों में मत बांटिए। सो वीरो इकट्ठे रहना। आ जेड़े बिल ने ਇਹਨਾਂ ਦੇ ਇਹ ਬਿੱਲ ਨੂੰ ਅਸੀਂ ਅੱਜ ਅੱਗ ਲਾ ਕੇ ਸਾੜਾਂਗੇ। ਆ ਦਿੱਲੀ ਦੇ ਜੰਤਰ ਮੰਤਰ ਏਰੀਆ, ਇਹਨੂੰ ਲੁਟੀਅਨ ਜ਼ੋਨ ਕਿਹਾ ਜਾਂਦਾ ਹੈ। ਇੱਥੇ ਹੀ ਰਹਿੰਦੇ ਆ ਸਾਰੇ। ਅਸੀਂ ਅੱਜ ਇਹ ਦੱਸਾਂਗੇ ਕਿ ਬਿੱਲ ਸਾਨੂੰ ਪ੍ਰਵਾਨ ਨਹੀਂ ਹੈਗੇ। ਇਹ ਬਿੱਲ ਸਾਡੇ ਬੱਚਿਆਂ ਦੀ ਮੌਤ ਦੇ ਵਾਰੰਟ ਨੇ, ਇਹ ਕਿਸਾਨ ਦੇ ਮੌਤ ਦੇ ਵਾਰੰਟ ਨੇ। ਅਸੀਂ ਇਹਨਾਂ ਨੂੰ ਪ੍ਰਵਾਨ ਨਹੀਂ ਕਰਾਂਗੇ। ਉਸ ਤੋਂ ਬਾਅਦ ਆਪਾਂ ਉਧਰ ਨੂੰ ਕੂਚ ਕਰਾਂਗੇ ਤੇ ਸੰਸਦ ਵੱਲ ਨੂੰ। ਤੇ ਮੈਂ ਹੁਣ ਬੇਨਤੀ ਕਰਦਾ ਸ਼ਾਂਤੀ ਨਾਲ ਆਪਾਂ ਉਧਰ ਨੂੰ ਕੂਚ ਕਰਨਾ ਤੇ ਇਹਨਾਂ ਬਿੱਲਾਂ ਨੂੰ ਅੱਗ ਲਾ ਕੇ ਸਾੜਾਂਗੇ। ਤਾਂ ਮੈਂ ਕਿਹਾ ਜੀ ਜੇ ਫਿਊਚਰ ਦੇ ਵਿੱਚ 10,000 ਬੰਦਾ ਵੀ ਇੱਥੇ ਇਕੱਠਾ ਕਰਨਾ ਪਿਆ, ਆਮ ਆਦਮੀ ਪਾਰਟੀ ਨਾਲ ਲੋਕ ਲੱਗੇ ਹੋਏ ਨੇ। ਦੋ ਨਾਰੇ ਦੋਨੇ ਹੱਥ ਉੱਪਰ ਚੱਕ ਕੇ ਇਨਕਲਾਬ ਇਨਕਲਾਬ। ਬਹੁਤ ਬਹੁਤ ਧੰਨਵਾਦ। ਚੁਕੇ ਨੇ ਇਨਕਲਾਬ मानयोग अरविंद केजरीवाल जी नो जोरदार ताड़ियों के नाल स्वागत करिए। मानयोग अरविंद केजरीवाल जी मुख्यमंत्री दिल्ली सरकार। आज पंजाब के किसान दिल्ली आए हुए हैं। दिल्ली की जनता की तरफ से मैं अपने पंजाब से आए हुए सभी किसान भाइयों का स्वागत करता हूं। लेकिन अगर ये खुशी के मौके पे आते आप लोग तो मुझे आपका स्वागत करने में और ज्यादा खुशी होती। आज सब लोग दुख के मौके पे यहाँ पे प्रदर्शन करने के लिए आए हैं। मैं सोच रहा था ये टाइम तो वो है जब खेतों के अंदर धान की कटाई करने का समय, अगली फसल बुआई करने का समय, किसान अपने खेतों के अंदर होना चाहिए इस टाइम। और अगर किसान को, बेचारे किसान को अपने खेत छोड़ के दिल्ली आके जंतर मंतर के ऊपर प्रदर्शन करना पड़ रहा है तो ये लानत है पूरे देश के ऊपर, ये लानत है पूरे समाज के ऊपर। ये जो कानून इन लोगों ने पास किए, इस कानून के जरिए ये खेती को, किसानी को किसानों से छीन के कंपनियों को देना चाहते हैं। मैं उनको कहना चाहता हूं, जब देश आजाद हुआ था
कम से कम 15, 20, 25 साल तक देश के अंदर अनाज की भारी कमी होती थी। हमें अनाज बाहर से इंपोर्ट करना पड़ता था, आयात करना पड़ता था। उस टाइम ये कंपनियां काम नहीं आई थी। उस टाइम सबसे ज्यादा पंजाब के किसानों ने मेहनत करके, पंजाब के किसानों ने 24 घंटे धूप में मेहनत करके इस देश के अंदर ग्रीन रेवोल्यूशन, हरित क्रांति को जन्म दिया था। इस देश के अंदर पंजाब के किसानों ने देश को अनाज के अंदर आत्मनिर्भर बनाया था, इन कंपनियों ने नहीं बनाया था। आज ये आज किसान को मजदूर बनाने की कोशिश की जा रही है और किसानी को किसान से छीन के बड़ी बड़ी कंपनियों को सौंपने की कोशिश की जा रही है। ये बिल्कुल गलत है। 2014 में चुनाव के पहले भारतीय जनता पार्टी ने वादा किया था। क्या वादा किया था? उन्होंने वादा किया था स्वामीनाथन रिपोर्ट लागू करेंगे। करा था कि नहीं करा था? उन्होंने कहा था स्वामीनाथन रिपोर्ट लागू करेंगे। स्वामीनाथन रिपोर्ट क्या कहती है? स्वामीनाथन रिपोर्ट कहती है एमएसपी कितना होगा, जितनी लागत उसका 50% ज्यादा, 1.5 गुना। एमएसपी 1.5 गुना होगा, ये स्वामीनाथन रिपोर्ट कहती है। और इन्होंने तो चुनाव जीतने के बाद एमएसपी खत्म कर दिया। एमएसपी खत्म कर दिया इन लोगों ने। क्या कह रहे हैं ये लोग? मैं अखबार में पढ़ता हूं, अखबार में आता है कि पूरे देश में केवल 6% किसानों का एमएसपी पे उठाते हैं सरकार, केवल 6% उठाती है। तो 6% उठाते हैं, ये तो शर्म की बात है। 6% उठाते हैं तो 100% उठाओ ना। 6% उठाते हो तो इसका मतलब ये थोड़ी कि एमएसपी खत्म कर दोगे। जब हमारी सरकार बनी थी दिल्ली में, सरकारी स्कूलों का बुरा हाल था, तो हमने क्या किया? हमने स्कूल ठीक करे, हमने सरकारी स्कूल बंद नहीं करे। हमारी जब सरकार बनी, सरकारी अस्पतालों का बुरा हाल था, हमने क्या किया? हमने अस्पताल बंद नहीं करे, हमने अस्पताल ठीक करे। तो अगर एमएसपी पे केवल 6% फसल उठती है पूरे देश में, तो लानत है तुम्हारी सरकारों के ऊपर। किसान क्या मांग रहा है? किसान मांग रहा है 100% फसल एमएसपी पे उठनी चाहिए, सारी फसल एमएसपी पे उठनी चाहिए और 1.5 गुना फसल दाम मिलना चाहिए। इसका लागत का 1.5 गुना मिलना चाहिए। तो करना तो वो था, किसान तो ये मांग रहा है और कर दिया तुमने उल्टा। किसान से पूछा ही नहीं, किसान को मरने के लिए छोड़ दिया। तो दोस्तों, ये तो पीठ में छुरा घोंपा है किसानों के लोगों ने। ये तो बिल्कुल गलत करा है। मुझे ज्यादा दुखी होता है, कुछ पार्टियां राजनीति कर रही हैं, संसद के अंदर कुछ करती हैं, बंद कमरे में कुछ करती हैं और फिर आके जनता के बीच में प्रदर्शन करने का नाटक करती हैं। पंजाब के अंदर एक पार्टी है, राष्ट्रीय पार्टी, बहुत बड़ा नेता उनका। जब भारतीय जनता पार्टी की केंद्र की सरकार ने यह बिल बनाने के लिए एक कमेटी बनाई, उस कमेटी में उनका नेता मौजूद था कि नहीं था? कौन था? कौन था? उनका नेता मौजूद था कमेटी में। उसने बैठ के कानून बनाया, उसने बैठ के एक एक क्लॉज लिखा, उसने बैठ के केंद्र सरकार को कानून दिया कि इसको पास कर दो। अब ट्रैक्टर रैली कर रहे हैं, अब नौटंकी कर रहे हैं। उनको क्या लगता है पंजाब की जनता बेवकूफ है? एक और पार्टी है, उनकी भी एक नेता है, उसने कैबिनेट में बैठ के कानून पास कराया, उसने कैबिनेट में बैठ के बधाई दी भारतीय जनता पार्टी को, जी बड़ा अच्छा कानून पास कर रहे हो। उसने लोकसभा में बैठ के कानून पास करा दिया और जब सब हो गया, कानून पास हो गया, तो इस्तीफा दे दिया।
अरे तुम्हें क्या लगता है सारी जनता बेवकूफ है? तुम्हें क्या लगता है सब बेवकूफ है, समझते नहीं है? अब ट्रैक्टर रैली कर रहे हैं, अब धरने दे रहे हैं, प्रदर्शन कर रहे हैं, किसके खिलाफ? तुम्हारे अपने कानून के खिलाफ, जिस कानून को तुमने बनाया, जिस कानून को तुमने पास कराया, अब तुम सड़क के ऊपर जनता को बेवकूफ बनाने के लिए आए हो। तो दोस्तों, आम आदमी पार्टी इन किसान विरोधी तीनों कानूनों का सख्त विरोध करती है और हमारी मांग है, पहली चीज इन तीनों कानूनों को वापस लिया जाए। इस पे कोई समझौता या कुछ नहीं हो सकता, तीनों कानूनों को वापस लिया जाए। और दूसरी चीज है, एमएसपी के ऊपर कानून लाया जाए। ये कानूनी तौर पे अनिवार्य कर दिया जाए कि 100% फसल एमएसपी पे उठेगी पूरे देश के अंदर। ये कानून लाया जाए। किसानों की ये मांग है, किसानों को ये चाहिए। अगर आप किसानों को ये कर दोगे, देखो पूरे देश के अंदर खेती कितनी बढ़ जाएगी। एमएसपी का कानून लाया जाए कि 100% फसल एमएसपी पे उठेगी और 1.5 गुना दाम मिलेंगे, लागत का 1.5 गुना। ये कानून की जरूरत है, ये कानून लाया। दिल्ली में किया हम लोगों ने। दोस्तों, दिल्ली के सभी लोग आपकी लड़ाई में इसके साथ हैं। किसान अन्नदाता है। 24 घंटे इतनी धूप में, इतनी कड़कड़ाती धूप है, हम लोग तो 10 मिनट बैठ जाए तो पसीने आ जाते हैं, और किसान तो 24 घंटे ऐसी धूप में काम करता है। तो हम पूरी तरह से आपके साथ हैं और पूरे दिल्ली के लोगों की तरफ से, दिल्ली का मुख्यमंत्री होने के नाते मैं आपकी इन मांगों का समर्थन करता हूं और पूरे दिल्ली के लोगों की तरफ से ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।